ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤਿਨ ਬੇਦੀਅਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੀਏ, ਜਹ ਤਹ ਭਏ ਸਹਾਏ। ਗੁਰੂ ਨਾਨਕ ਪਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸੰਗਤਾਂ, ਦੂਰ ਦੁਰਾਡੇ ਤੋਂ ਚੱਲ ਕਰਕੇ ਸ਼ਾਮ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ। ਭਲੀ ਪ੍ਰਕਾਰ ਆਪ ਸਮੁੱਚੀਆਂ ਸੰਗਤਾਂ ਨੂੰ ਇਹ ਵਿਦਿਤ ਹੋਵੇ, ਅੱਜ ਦਾ ਇਹ ਮਹਾਨ ਗੁਰਮਤਿ ਸਮਾਗਮ ਹਰ ਸਾਲ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਸ ਸਜੇ ਹੋਏ ਦੀਵਾਨਾਂ ਵਿੱਚ ਦਾਸ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਜਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਗੁਰਬਾਣੀ ਜੀ ਦਾ ਰਸ ਭਿੰਨਾ ਮਨੋਹਰ ਕੀਰਤਨ ਆਪ ਜੀ ਸ਼ਰਵਣ ਕਰ ਰਹੇ ਸੀ। ਸਮੁੱਚੀਆਂ ਸੰਗਤਾਂ ਦੇ ਵੱਲੋਂ, ਪ੍ਰਬੰਧਕ ਵੀਰਾਂ ਵੱਲੋਂ, ਮੇਰੇ ਸਤਿਕਾਰਯੋਗ ਵੀਰ ਭਾਈ ਗੁਰਦੇਵ ਸਿੰਘ ਜੀ ਹੋਰਾਂ ਨੇ ਆਪ ਸਾਰੀਆਂ ਸੰਗਤਾਂ ਦਾ ਹੁਕਮ ਲਾਇਆ ਸੀ ਕਿ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਹੋ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ ਅਸੀਂ ਮਨੁੱਖਾ ਜ਼ਿੰਦਗੀ ਨੂੰ ਸਫਲ ਬਣਾ ਸਕੀਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਾਤ ਲੋਕ ਦੇ ਅੰਦਰ
ਪ੍ਰਗਟ ਹੋਏ ਨੇ ਤੇ ਸਤਿਗੁਰਾਂ ਦੇ ਪ੍ਰਗਟ ਹੋਣ ਦਾ ਮੁੱਖ ਕਾਰਨ ਪ੍ਰਯੋਜਨ ਕੀ ਸੀ? ਬੜੇ ਅਵਤਾਰ ਦੁਨੀਆ ਵਿੱਚ ਹੋ ਚੁੱਕੇ ਸਨ। ਕਰਨੀਆਂ ਵਾਲੇ ਜਿਹੜੇ ਪੀਰ ਇਸ ਦੁਨੀਆ ਦੇ ਵਿੱਚ ਵਿਚਰ ਰਹੇ ਸੀ, ਜੋਗੀਆਂ ਦੇ 12 ਪੰਥ ਇਸ ਮਾਤ ਲੋਕ ਦੇ ਵਿੱਚ ਚੱਲ ਰਹੇ ਸਨ। ਬੜੇ ਸ਼ਕਤੀਆਂ ਵਾਲੇ ਸਿੱਧ ਹਜ਼ਾਰਾਂ ਹਜ਼ਾਰਾਂ ਸਾਲਾਂ ਦੀ ਉਮਰਾਂ ਕਰਕੇ ਬੈਠੇ ਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਨੂੰ ਆਪ ਕਿਉਂ ਮਾਤ ਲੋਕ ਦੇ ਵਿੱਚ ਆਉਣਾ ਪਿਆ? ਸਭ ਆਪਣੀ ਆਪਣੀ ਉਰਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਜੇ ਸਿੱਧਾਂ ਦੀ ਗੱਲ ਕਰੀਏ, ਸ਼ਕਤੀਆਂ ਬੇਅੰਤ ਸੀ ਉਹਨਾਂ ਦੇ ਪਾਸ। ਕਦੇ ਤਾਰਿਆਂ ਨੂੰ ਤੋੜ ਦਿੰਦੇ ਸ਼ਕਤੀ ਨਾਲ, ਕਦੇ ਮ੍ਰਿਗਸ਼ਾਲਾ ਉਡਾ ਦਿੰਦੇ ਸੀ। ਗੈਵੀ ਸ਼ਕਤੀਆਂ ਉਹਨਾਂ ਦੇ ਪੱਲੇ ਵਿੱਚ ਸਨ। ਕਦੇ ਖੜਾਮਾਂ ਉਡਾ ਦਿੰਦੇ ਭਾਈ ਮਰਦਾਨਾ ਜੀ ਵਰਗਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ। ਸ਼ਕਤੀਆਂ ਕੋਈ ਛੋਟੀਆਂ ਨਹੀਂ ਸੀ ਉਹਨਾਂ ਦੇ ਪਾਸ, ਪਰੰਤੂ ਸ਼ਕਤੀਆਂ ਹਾਸਲ ਕਰਕੇ ਆਪਣੇ ਆਪ ਨੂੰ ਨਿਰੰਕਾਰ ਦਾ ਸਰੂਪ ਉਹ ਸਮਝਣ ਲੱਗ ਪਏ ਸਨ ਕਿ ਜਿਹਦੇ ਕੋਲ ਸ਼ਕਤੀ ਹੈ ਉਹਦਾ ਹੀ ਸੰਸਾਰ ਜਗਤ ਹੈ। ਇੱਕ ਕਾਦਰ ਹੈ ਤੇ ਇੱਕ ਕੁਦਰਤ ਹੈ। ਕਾਦਰ ਜਿਹੜਾ ਅਕਾਲ ਪੁਰਖ ਪਰਮਾਤਮਾ, ਸਰਬ ਸ਼ਕਤੀਆਂ ਦਾ ਮਾਲਕ, ਸ੍ਰਿਸ਼ਟੀ ਦਾ ਸਿਰਜਣਹਾਰ, ਉਸ ਕਾਦਰ ਨੂੰ ਉਹਦੀ ਕੁਦਰਤ ਦੇ ਦੁਆਰਾ ਜਾਣਿਆ ਜਾ ਸਕਦਾ, ਸਮਝਿਆ ਜਾ ਸਕਦਾ। ਤੇ ਜਿਹੜੀ ਕੁਦਰਤ ਕਦੇ ਸਾਧ ਸੰਗਤ ਇਹ ਕਾਦਰ ਦਾ ਰੂਪ ਨਹੀਂ ਹੁੰਦੀ ਹੈ। ਇਹਨਾਂ ਸਿੱਧਨਾਥਾਂ ਨੇ, ਜੋਗੀਆਂ ਨੇ, ਪੀਰਾਂ ਫਕੀਰਾਂ ਜਿਹੜੇ ਵੀ ਸੰਸਾਰ ਵਿੱਚ ਆਏ, ਸ਼ਕਤੀਆਂ ਹਾਸਲ ਕਰਕੇ ਆਪਣੀ ਮਨੌਤ ਕਰਵਾਉਣ ਤੱਕ ਹੀ ਸੀਮਤ ਰਹਿ ਗਏ ਸਨ। ਭੰਗਰਨਾਥ ਵਰਗੇ ਜਿਹੜੇ ਜੋਗੀ ਸਨ, ਇਹ ਸਾਧ ਸੰਗਤ ਰਾਜਿਆਂ ਦੇ ਜਾ ਕਰਕੇ ਉਹਨਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰ ਜਾਣਾ, ਰਾਜਿਆਂ ਨੂੰ ਡਰਾਉਣਾ ਧਮਕਾਉਣਾ, ਕਦੇ ਸ਼ੇਰਾਂ ਦਾ ਰੂਪ ਬਣ ਕੇ ਬੈਠ ਜਾਣਾ। ਕਿਉਂਕਿ ਉਹ ਰਾਜੇ ਲੋਕ ਡਰਦੇ ਹੋਏ ਫਿਰ ਇਹਨਾਂ ਜੋਗੀਆਂ ਸਿੱਧਨਾਥਾਂ ਦੇ ਚੇਲੇ ਬਣ ਜਾਂਦੇ ਸਨ। ਸਾਡੀ ਸਿੱਖੀ ਸੇਵਕੀ ਕਾਇਮ ਰਹੇ, ਦੁਨੀਆ ਵਿੱਚ ਸਾਡੀ ਮਨੌਤ ਹੁੰਦੀ ਰਹੇ, ਮੇਰਾ ਨਾਮ ਦੁਨੀਆ ਵਿੱਚ ਚਮਕਦਾ ਰਹੇ, ਲੋਕ ਮੇਰੇ ਬਚਨਾਂ ਤੋਂ, ਬੋਲਾਂ ਤੋਂ ਪ੍ਰਭਾਵਿਤ ਹੋਣ। ਸ਼ਕਤੀ ਵੇਖ ਕਰਕੇ ਇਹਨਾਂ ਲੋਕਾਂ ਦਾ ਮਨ ਖਿੱਚਿਆ ਜਾਵੇ, ਇਹ ਕੁਝ ਪੱਲੇ ਵਿੱਚ ਰਹਿ ਗਿਆ ਸੀ। ਤੇ ਪਾਰ ਬ੍ਰਹਮ ਕਾਹੂ ਨਾ ਪਛਾਨਾ, ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਨਿਰਲੇਪ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਨਾ ਤਾਂ ਜੋਗੀਆਂ ਨੇ ਪਛਾਣਿਆ, ਨਾ ਸਿੱਧਾਂ ਨੇ ਵੇਖਿਆ, ਨਾ ਔਲੀਏ ਅਵਤਾਰਾਂ, ਨਾ ਪੀਰਾਂ ਪੈਗੰਬਰਾਂ ਨੇ ਉਸ ਸਰੂਪ ਨੂੰ ਤੱਕਿਆ। ਕਿਉਂਕਿ ਉਹ ਜਿਹੜਾ ਸਰੂਪ ਹੈ ਪਰਮਾਤਮਾ ਦਾ, ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿਤਨ ਬ੍ਰਿਧ ਬਤਾਏ। ਜੇ ਉਸ ਨੂੰ ਸੂਖਸ਼ਮ ਰੂਪ ਦੇ ਅੰਦਰ ਵੇਖਣਾ ਹੋਵੇ ਤੇ ਸਾਡੇ ਸਰੀਰ ਨੂੰ ਜਿਹੜੀ ਸ਼ਕਤੀ ਚਲਾਉਂਦੀ ਹੈ, ਸਰੀਰ ਚੱਲਦਾ ਹੈ, ਅਸੀਂ ਕਹਿ ਦਿਆਂਗੇ ਜੀ ਇਹ ਤਾਂ ਹੱਥਾਂ ਪੈਰਾਂ ਨਾਲ ਸਰੀਰ ਚੱਲਦਾ ਹੈ। ਨਹੀਂ ਭਾਈ, ਹੱਥਾਂ ਪੈਰਾਂ ਨਾਲ ਸਰੀਰ ਨਹੀਂ ਚੱਲਦਾ। ਮੁਰਦੇ ਦੇ ਉਹੀ ਹੱਥ ਨੇ, ਉਹੀ ਪੈਰ ਨੇ, ਇੱਕ ਕਦਮ ਨਹੀਂ ਪੁੱਟ ਸਕਦਾ, ਹੱਥਾਂ ਨਾਲ ਕੋਈ ਵਸਤੂ ਨਹੀਂ ਪਕੜ ਸਕਦਾ। ਇਹਨਾਂ ਇੰਦਰੀਆਂ ਦੇ ਅੰਦਰ ਇੱਕ ਸਾਡਾ ਮਨ ਹੈ, ਤੇ ਉਹ ਜਿਹੜਾ ਮਨ ਇੰਦਰੀਆਂ ਨੂੰ ਅੰਦਰੋਂ ਫੁਰਨਾ ਕਰਦਾ, ਤੇ ਉਹ ਫੁਰਨੇ ਦੇ ਨਾਲ ਫਿਰ ਇੰਦਰੀ ਜਿਹੜੇ ਕਦਮ, ਉਹ ਜਿਹੜੇ ਪੈਰ ਨੇ, ਕਦਮ ਪੁੱਟ ਕੇ ਸੈਂਕੜੇ ਮੀਲਾਂ ਚਲੇ ਜਾਂਦੇ। ਜੇ ਬੰਦਾ ਕਹਿੰਦਾ ਜੀ ਮੇਰਾ ਮਨ ਨਹੀਂ ਮੰਨਦਾ, ਤੇ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ। ਮੇਰਾ ਮਨ ਨਹੀਂ ਮੰਨਦਾ, ਪਾਣੀ ਦਾ ਗਲਾਸ ਕੋਲ ਪਿਆ, ਉਹਨੂੰ ਹੱਥ ਚੁੱਕਦੇ ਨਹੀਂ ਜਿੰਨੀ ਦੇਰ ਮਨ ਨਹੀਂ ਕਹੇਗਾ। ਤੇ ਉਹ ਜਿਹੜਾ ਮਨ ਹੈ ਸਾਧ ਸੰਗਤ ਕੀ, ਉਹ ਪਰਮਾਤਮਾ ਦਾ ਰੂਪ ਹੈ। ਪਰਮੇਸ਼ਰ ਵਾਹਿਗੁਰੂ ਨੂੰ ਤਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਸੂਸ਼ਮ ਤੇ ਸੂਸ਼ਮ ਕਰ ਚੀਨੇ,
ਬ੍ਰਿਧਨ ਬ੍ਰਿਧ ਬਤਾਏ। ਕਿੰਨਾ ਕੋ ਸੂਖਸ਼ਮ ਰੂਪ ਹੈ ਪਰਮਾਤਮਾ ਦਾ। ਸਰੀਰ ਨੂੰ ਇੰਦਰੇ ਚਲਾਉਂਦੇ ਨੇ, ਇੰਦਰੀਆਂ ਨੂੰ ਮਨ ਚਲਾਈ ਜਾਂਦਾ। ਤੇ ਫਿਰ ਕਈ ਵਾਰੀ ਬੰਦਾ ਕਹਿੰਦਾ ਜੀ ਮੇਰਾ ਮਨ ਠੀਕ ਨਹੀਂ ਹੈ। ਉੱਥੇ ਫਿਰ ਦੋ ਚੀਜ਼ਾਂ ਬਣ ਗਈਆਂ, ਇੱਕ ਮਨ ਤੇ ਇੱਕ ਕਹਿੰਦਾ ਮੇਰਾ ਮਨ। ਉਹ ਜਿਹੜੀ ਆਤਮਾ ਜਿਹੜੀ ਵਸਤੂ ਹੈ, ਤੇ ਆਤਮਾ ਵੱਖਰੀ ਤੇ ਮਨ ਵੱਖਰਾ। ਉਹ ਤੇ ਅਕਸ਼ ਪੈਂਦਾ ਹੈ ਮਨ ਦੇ ਉੱਪਰ, ਉਹਦੇ ਨਾਲ ਸੰਕਲਪ ਤੇ ਵਿਕਲਪ ਚੰਗੇ ਤੇ ਮੰਦੇ ਫੁਰਨੇ ਇਹ ਪੈਦਾ ਕਰੀ ਜਾਂਦਾ। ਤਾਂ ਫਿਰ ਇਸ ਤੋਂ ਮਨ ਨੂੰ ਅੱਗੇ ਚਲਾਉਣ ਵਾਲੀ ਜੀਵ ਦੀ ਬੁੱਧੀ ਪਈ ਹੈ। ਸਰੀਰ ਦੇ ਅੰਦਰ ਪਰਮਾਤਮਾ ਨੇ ਬਹੁਤ ਕੁਝ ਰੱਖਿਆ ਹੋਇਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਜਿੰਨੇ ਬ੍ਰਹਮੰਡ, ਜਿੰਨੇ ਸੂਰਜ ਚੰਦਰਮਾ ਤਾਰੇ ਬਾਹਰ ਦੇਖਦਾ ਦੁਨੀਆ ਵਿੱਚ, ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਚੰਦਰਮਾ ਸੂਰਜ ਤਾਰੇ ਸਰੀਰ ਦੇ ਅੰਦਰ ਹੀ ਪਰਮਾਤਮਾ ਨੇ ਰੱਖੇ ਪਏ ਨੇ। ਤੇ ਇਹਨਾਂ ਨੂੰ ਵੇਖਣ ਵਾਸਤੇ ਫਿਰ ਸੂਖਸ਼ਮ ਜਿਹੜੀ ਦ੍ਰਿਸ਼ਟੀ ਚਾਹੀਦੀ ਹੈ। ਸਿੱਧ ਲੋਕ ਸ਼ਕਤੀਆਂ ਹਾਸਲ ਕਰਕੇ ਜੋਗੀਆਂ ਨੇ ਤਾਕਤਾਂ ਪ੍ਰਾਪਤ ਕਰ ਲਈਆਂ। ਉਹ ਦੁਨੀਆ ਦੀਆਂ ਸ਼ਕਤੀਆਂ ਨੂੰ ਵਸ ਵਿੱਚ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਜਾਂਦੇ ਨੇ ਸਿੱਧਾਂ ਦੇ ਕੋਲ, ਉਹਨਾਂ ਦੀਆਂ ਸ਼ਕਤੀਆਂ ਖਿੱਚ ਲੈਂਦੇ ਨੇ ਤੇ ਕੱਖਾਂ ਤੋਂ ਹੌਲੇ ਹੋ ਕੇ ਸਿੱਧ ਬੈਠ ਜਾਂਦੇ। ਸਤਿਗੁਰੂ ਨੇ ਸ਼ਕਤੀਆਂ ਕੀ ਕਰਨੀਆਂ? ਉਹ ਤੇ ਕਾਦਰ ਪਰਮੇਸ਼ਰ ਰੂਪ ਨੇ, ਉਹ ਤੇ ਕੁਦਰਤ ਸ਼ਕਤੀਆਂ ਨੂੰ ਸਿਰਜਣ ਵਾਲੇ ਬਣਾਉਣ ਵਾਲੇ ਨੇ। ਹੰਕਾਰ ਹੀ ਕੱਢਣਾ ਗੁਰੂ ਨਾਨਕ ਸਾਹਿਬ ਜੀ ਨੇ। ਜਦੋਂ ਹੰਕਾਰ ਨਿਕਲ ਜਾਂਦਾ ਸਿੱਧਨਾਥਾਂ ਦਾ, ਫਿਰ ਚਰਨੀ ਡਿੱਗ ਪੈਂਦੇ। ਸਤਿਗੁਰੂ ਕਹਿੰਦੇ ਚੁੱਕੋ ਸਿੱਧਨਾਥੋ, ਤੁਹਾਡੀਆਂ ਸ਼ਕਤੀਆਂ ਅਸੀਂ ਕੀ ਕਰਨੀਆਂ? ਇਹ ਸ਼ਕਤੀਆਂ ਦੀ ਦੁਰਵਰਤੋਂ ਨਾ ਕਰੋ। ਰਾਜਿਆਂ ਨੂੰ ਡਰਾ ਕੇ ਚੇਲੇ ਬਣਾ ਲੈਣਾ, ਸਿੱਖੀ ਸੇਵਕੀ ਬਣਾ ਲੈਣੀ, ਇਹਦੇ ਵਾਸਤੇ ਨਹੀਂ ਪਰਮਾਤਮਾ ਨੇ ਮਾਤ ਲੋਕ ਵਿੱਚ ਭੇਜਿਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਰਹਿਣ। ਉਹਨਾਂ ਨੇ ਉਹ ਆਤਮਿਕ ਸਵਰੂਪ ਨੂੰ ਤੱਕਿਆ ਨਹੀਂ ਸੀ, ਮਨ ਤੱਕ ਹੀ ਖੜੇ ਸਨ। ਤਿੰਨ ਤਰ੍ਹਾਂ ਦੇ ਗਿਆਨਵਾਨ ਸੱਜਣ ਹੁੰਦੇ ਨੇ। ਇੱਕ ਬੰਦਾ ਜਿਹਨੂੰ ਸਰੀਰ ਦੀ ਨੌਲੇਜ ਹੋਵੇ, ਸਰੀਰ ਦਾ ਪੂਰਾ ਗਿਆਨ ਹੋਵੇ, ਉਹਨੂੰ ਡਾਕਟਰ ਕਹਿ ਦਿੰਦੇ ਨੇ। ਤੇ ਕਿਸੇ ਨੇ ਡਿਗਰੀ ਕਰ ਲਈ MBBS ਜਾਂ ਕੋਈ MD ਕਰਕੇ ਫਿਰ ਉਹ ਡਾਕਟਰ ਬਣ ਜਾਂਦਾ। ਉਹਨੂੰ ਇੱਕ ਸਰੀਰ ਦੀ ਜਾਣਕਾਰੀ ਮਿਲ ਜਾਂਦੀ ਹੈ। ਬੁਖਾਰ ਵੇਖਣਾ, ਤਾਪਮਾਨ, ਕੋਈ ਸਰੀਰ ਨੂੰ ਹੋਰ ਬਿਮਾਰੀ ਲੱਗ ਜਾਣੀ, ਉਹ ਕੇਵਲ ਇਕੱਲੇ ਸਰੀਰ ਦਾ ਹੀ ਗਿਆਨੀ ਹੋਵੇਗਾ ਜਿਹੜਾ ਡਾਕਟਰ ਹੋਵੇਗਾ। ਉਹ ਡਾਕਟਰ ਨੂੰ ਜਾ ਕੇ ਕੋਈ ਕਹੇ ਵੀ ਮੇਰਾ ਮਨ ਨਹੀਂ ਟਿਕਦਾ, ਜੀ ਮਨ ਦੱਸੋ ਹੁਣ ਕਿੱਥੇ ਗਿਆ ਹੋਇਆ? ਥਰਮਾਮੀਟਰ ਲਾ ਕੇ, ਐਕਸਰੇ ਕਰਕੇ, ਅਲਟਰਾਸਾਊਂਡ ਕਰਕੇ ਸੂਖਮ ਤੋਂ ਸੂਖਮ ਬਿਮਾਰੀਆਂ ਨੂੰ ਬੁੱਝ ਸਕਦਾ, ਤੇ ਮਨ ਨੂੰ ਡਾਕਟਰ ਨਹੀਂ ਬੁੱਝੇਗਾ। ਤੇ ਉਹ ਸਾਧ ਸੰਗਤ ਜਿਹੜੇ ਮਨ ਦੇ ਤਲੇ ਤੇ ਚਲੇ ਜਾਂਦੇ ਨੇ, ਉਹ ਮਾਨਸਿਕ ਗਿਆਨੀ ਬਣ ਜਾਂਦੇ। ਉਹ ਕਮਾਈ ਵਾਲੇ ਫਿਰ ਜਦੋਂ ਮਨ ਦਾ ਗਿਆਨ ਕਰ ਲੈਂਦੇ ਇਕੱਠਾ, ਫਿਰ ਉਹਨਾਂ ਨੂੰ ਸਰੀਰ ਦੀ ਨੌਲੇਜ ਵੀ ਨਾਲ ਆ ਜਾਂਦੀ ਹੈ। ਸਰੀਰ ਦੇ ਗਿਆਨੀ ਨਾਲੋਂ ਮਨ ਦੀ ਅਵਸਥਾ ਤੇ ਗਿਆ ਹੋਇਆ ਮਾਨਸਿਕ ਗਿਆਨੀ ਬੰਦਾ ਵੱਡਾ ਹੈ। ਤੇ ਉਸ ਦੇ ਨਾਲੋਂ ਸਾਧ ਸੰਗਤ ਜਿਹੜਾ ਆਤਮਿਕ ਗਿਆਨੀ ਹੈ, ਜਿਹਨੂੰ ਆਤਮਾ ਦਾ ਗਿਆਨ ਹੋ ਗਿਆ, ਉਹ ਮਾਨਸਿਕ ਗਿਆਨੀ ਦੇ ਨਾਲੋਂ ਵੀ ਵੱਡਾ ਗਿਆਨੀ ਮੰਨਿਆ ਜਾਂਦਾ। ਕਿਉਂਕਿ ਆਤਮਾ ਪਰਮਾਤਮਾ ਦੀ ਜੋਤ ਹੈ। ਜਿਹਨੇ ਉਸ ਸਰੂਪ ਦੇ ਦਰਸ਼ਨ ਦੀਦਾਰ ਪਾ ਲਏ, ਜਿਹਨੇ ਉਸ ਸਰੂਪ ਦਾ ਗਿਆਨ ਹਾਸਲ ਕਰ ਲਿਆ, ਉਹਨੂੰ ਸਾਰੇ ਕਰੋੜਾਂ ਬ੍ਰਹਮੰਡਾਂ ਦਾ ਗਿਆਨ ਵੀ ਆ ਜਾਂਦਾ, ਦੂਜਿਆਂ ਦੇ ਮਨਾਂ ਨੂੰ ਵੀ ਪੜ੍ਹ ਲੈਂਦਾ, ਤੇ ਸਰੀਰ ਦੇ ਰੋਗਾਂ ਨੂੰ ਵੀ ਉਹ ਸਮਝ ਲੈਂਦਾ ਹੈ। ਇਸ ਲਈ ਤਿੰਨ ਤਰ੍ਹਾਂ ਦੇ ਗਿਆਨੀਆਂ ਦੇ ਵਿੱਚੋਂ ਆਤਮਿਕ ਗਿਆਨੀ ਸਰਬੋਤਮ ਮੰਨਿਆ ਹੈ। ਗੁਰੂ ਨਾਨਕ ਸਾਹਿਬ ਜਦੋਂ ਸਿੱਧਨਾਥਾਂ ਦੇ ਕੋਲ ਗਏ, ਇਹ ਸਾਰੇ ਸਿੱਧ ਆਪਣੇ ਮਨ ਦੇ ਤਲੇ ਤੇ ਖੜੇ ਸਨ। ਕਦੇ ਲੋਕ ਜਾਂਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਸਾਨੂੰ ਪ੍ਰਗਟ ਕਰੋ, ਲੱਭ ਕੇ ਦਿਖਾਓ।
ਇਹਨਾਂ ਨੇ ਕੀ ਕੀਤਾ, ਆਪਣੇ ਵੱਖੋ ਵੱਖਰੇ ਪਹਾੜਾਂ ਦੀਆਂ ਕੰਦਰਾਂ ਗੁਫਾ ਦੇ ਵਿੱਚ ਜਾ ਕੇ ਲੁਕ ਗਏ। ਬੜਾ ਕੁਝ ਕਰਦੇ ਰਹੇ ਗੁਰੂ ਨਾਨਕ ਸਾਹਿਬ ਜੀ, ਨਾਲੇ ਪਰਖਾਂ ਕਰਦੇ ਸੀ ਸਤਿਗੁਰੂ ਦੀਆਂ, ਕਿ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਕਿੱਡੀ ਕੁ ਅਵਸਥਾ ਦੇ ਮਾਲਕ ਨੇ। ਇਹ ਨਹੀਂ ਪਤਾ ਸੀ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਿੱਧਾਂ ਦੇ ਮਨ ਵਿੱਚ ਬੜਾ ਭੁਲੇਖਾ ਭਰਮ ਪਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਹਰਾ ਦਿਆਂਗੇ, ਇਹ ਸਾਡੇ ਸਿੱਖ ਮੁਰੀਦ ਬਣ ਜਾਣਗੇ, ਅਸੀਂ ਇਹਨਾਂ ਦੇ ਗੁਰੂ ਬਣ ਜਾਵਾਂਗੇ। ਸਾਡੇ ਮੱਤ ਵਿੱਚ ਨਾਨਕ ਤਪਾ ਜੀ ਆ ਜਾਣ ਤੇ ਸਾਡੇ ਮੱਤ ਦਾ ਪ੍ਰਚਾਰ ਕਰਨਗੇ, ਬਹੁਤ ਦੂਰ ਤੱਕ ਸੋਭਾ ਵਡਿਆਈ ਸਾਡੇ ਮੱਤ ਦੀ ਹੋਵੇਗੀ। ਤੇ ਜਦੋਂ ਕੰਦਰਾਂ ਦੇ ਵਿੱਚ, ਪਹਾੜਾਂ ਦੀਆਂ ਗੁਫਾ ਵਿੱਚ, ਕੋਈ ਪਤਾਲ ਦੇ ਵਿੱਚ ਜਾ ਕੇ ਲੁਕ ਗਿਆ, ਕੋਈ ਉਡਾਰੀ ਮਾਰ ਕੇ ਅਸਮਾਨ ਦੇ ਵਿੱਚ ਜਾ ਕਰਕੇ ਲੁਕ ਗਿਆ, ਛੁਪ ਗਿਆ, ਤੇ ਗੁਰੂ ਨਾਨਕ ਸਾਹਿਬ ਜੀ ਨੇ ਓਨੇ ਰੂਪ ਧਾਰਨ ਕਰਕੇ ਬਚਨ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਕੁਦਰਤ ਸ਼ਕਤੀ ਦੇ ਨਾਲ ਪਰਮਾਤਮਾ ਅਨੇਕਾਂ ਰੂਪ ਆਪਣੇ ਧਾਰਨ ਕਰ ਲੈਂਦਾ। ਜੇ ਹੁਣ ਸਾਰੀ ਦੁਨੀਆ ਦੇ ਅੰਦਰ 1 ਲੱਖ ਬੰਦਾ ਭਗਤੀ ਕਰਦਾ ਬੈਠ ਕੇ, ਤੇ ਲੱਖ ਸਰੂਪ ਧਾਰਨ ਕਰਕੇ ਉਹਦੀ ਭਗਤੀ ਦਾ ਫਲ ਦੇਣ ਵਾਸਤੇ ਪਰਮਾਤਮਾ ਜਾਂਦਾ। ਜਿਹੋ ਜੀ ਭਾਵਨਾ, ਜਿਹੋ ਜੀ ਅਰਾਧਨਾ ਕਰਦਾ ਹੈ ਸਰੂਪ ਦੀ ਰੱਖ ਕਰਕੇ, ਉਸੇ ਰੂਪ ਦੇ ਵਿੱਚ ਦਰਸ਼ਨ ਹੋ ਜਾਂਦੇ ਨੇ। ਕੋਈ ਇੱਕ ਸਰੂਪ ਵੀ ਨਹੀਂ ਪਰਮਾਤਮਾ ਦਾ, ਕੋਈ ਤਸਵੀਰ ਰੱਖ ਕੇ ਝਗੜਾ ਪਾ ਲਵੇ ਜੀ ਆਹ ਤਸਵੀਰ ਸੱਚੀ ਹੈ, ਆਹ ਨਕਲੀ, ਆਹ ਝੂਠੀ ਹੈ। ਉਹ ਤਾਂ ਜਿਸ ਤਰ੍ਹਾਂ ਦਾ ਅੰਦਰ ਸੰਕਲਪ ਬਣਿਆ, ਉਸੇ ਰੂਪ ਦੇ ਵਿੱਚ ਹੀ ਪਰਮਾਤਮਾ ਦੇ ਦੀਦਾਰ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਓਨੇ ਸਰੂਪ ਧਾਰਨ ਕਰ ਲਏ ਜਿੰਨੇ ਇਹ ਸਿੱਧ ਲੋਕੇ ਸਨ। ਇਹਨਾਂ ਦੀਆਂ ਮੁੱਛਾਂ ਤੋਂ, ਮਸ਼ਹਿਰਿਆਂ ਤੋਂ ਜਾ ਕੇ ਸਤਿਗੁਰਾਂ ਨੇ ਪਕੜ ਪਕੜ ਕੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਬਿਠਾ ਦਿੱਤੇ। ਇਹਨਾਂ ਦੇ ਬੜਾ ਮਨ ਵਿੱਚ ਮਾਣ ਸੀ, ਹੰਕਾਰ ਸੀ। ਤੇ ਫਿਰ ਸਤਿਗੁਰੂ ਜੀ ਨੂੰ ਜਿਵੇਂ ਕੋਈ ਬੱਚੇ ਖੇਡਦੇ ਨੇ, ਇਸ ਤਰ੍ਹਾਂ ਕਹਿਣ ਲੱਗੇ ਕਿ ਤੁਸੀਂ ਲੁਕਣਾ ਕਰੋ ਤੇ ਅਸੀਂ ਤੁਹਾਨੂੰ ਲੱਭ ਕੇ ਦਿਖਾਉਂਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲੇ ਨੂੰ ਆਵਾਜ਼ ਮਾਰੀ, ਕਹਿੰਦੇ ਬਾਲਿਆ, ਇਹਨਾਂ ਨੇ ਕਹਿ ਤਾਂ ਦਿੱਤਾ ਸਿੱਧਨਾਥਾਂ ਨੇ ਵੀ ਲੁਕ ਕੇ ਵਿਖਾਓ, ਤੇ ਜਦੋਂ ਸਾਡਾ ਸਰੀਰ ਦਿਸਣੋਂ ਓਹਲੇ ਹੋ ਗਿਆ, ਫਿਰ ਪ੍ਰਗਟ ਕਰਨਾ ਬਹੁਤ ਔਖਾ ਹੋ ਜਾਣਾ। ਇਹਨਾਂ ਤੋਂ ਸਰੂਪ ਲੱਭਿਆ ਨਹੀਂ ਜਾਣਾ, ਪ੍ਰਗਟ ਨਹੀਂ ਹੋਣਾ। ਤੇ ਤੈਨੂੰ ਇੱਕ ਜੁਗਤੀ ਦੱਸ ਦਿੰਦੇ, ਜਦੋਂ ਇਹਨਾਂ ਦੇ ਹੱਥ ਖੜੇ ਹੋ ਗਏ, ਤੇਰੀਆਂ ਮਿੰਨਤਾਂ ਕਰਨਗੇ, ਤਾਂ ਤੂੰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰੀ, ਤੇ ਉਸੇ ਵੇਲੇ ਸਾਡਾ ਸਰੂਪ ਪ੍ਰਗਟ ਹੋ ਜਾਵੇਗਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਸਿੱਧਨਾਥਾਂ ਦੇ ਵਿੱਚ ਬੈਠਿਆਂ ਆਪਣਾ ਸਰੀਰ 5 ਤੱਤਾਂ ਵਿੱਚ ਹੀ ਲੀਨ ਕਰ ਦਿੱਤਾ। 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਸਰੀਰ ਵਿੱਚ 5 ਤੱਤ ਨੇ ਸਾਡੇ। ਜਿਹੜਾ ਸਿਰ ਹੈ ਸਾਡਾ, ਇਹ 10ਵਾਂ ਦਵਾਰ, ਇਹ ਸਾਧ ਸੰਗਤ ਜੀ ਆਕਾਸ਼ ਦਾ ਤੱਤ ਹੈ। ਇਹ ਸਿਰ ਦਾ ਜਿਹੜਾ ਤੱਤ ਸੀ 10ਵਾਂ ਦਵਾਰ ਦਾ, ਆਕਾਸ਼ ਵਿੱਚ ਗੁਰੂ ਨਾਨਕ ਸਾਹਿਬ ਨੇ ਲੀਨ ਕੀਤਾ। ਜਿਹੜਾ ਸਾਡੇ ਉੱਤੇ ਹੱਡ ਚਮ ਮਿੱਟੀ ਲੱਗੀ ਹੋਈ, ਇਹ ਮਿੱਟੀ ਦੀ ਅੰਸ਼ ਵਿੱਚੋਂ ਹੈ। ਇਹਨੂੰ ਉੱਪਰਲੀ ਚਮੜੀ ਨੂੰ ਮਿੱਟੀ ਤੱਤ ਵਿੱਚ ਮਿਲਾ ਦਿੱਤਾ। ਇਹਦੇ ਅੰਦਰ ਜਿਹੜਾ ਭੋਜਨ ਹਜਮ ਕਰਦੀ ਅਗਨੀ, ਜਠਰਾਗਨ ਅਗਨੀ ਕਹਿੰਦੇ ਨੇ, ਇਹਨੂੰ ਸਤਿਗੁਰਾਂ ਨੇ ਸਮਾਨ ਅਗਨੀ ਬਾਹਰਲੀ ਅੱਗ ਦੇ ਵਿੱਚ ਲੀਨ। ਜਿਹੜਾ ਪਾਣੀ ਹੈ ਸਰੀਰ ਦੇ ਅੰਦਰ, ਖੂਨ ਵੀ ਪਾਣੀ ਹੈ, ਨਾੜੀਆਂ ਵਿੱਚ ਘੁੰਮਦਾ, ਇਹ ਸਾਰਾ ਸਤਿਗੁਰੂ ਨੇ ਪਾਣੀ ਦੇ ਤੱਤ ਪਾਣੀ 'ਚ ਮਿਲਾ ਦਿੱਤੇ। ਜਿਹੜੀ ਹਵਾ ਆਕਾਸ਼ ਰੂਪ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਸਵਾਸ ਰੂਪ ਹੋ ਕੇ ਘੁੰਮਦੀ, ਇਹਨੂੰ ਹਵਾ ਵਿੱਚ ਲੀਨ ਕਰ ਦਿੱਤਾ। ਹੁਣ ਸਿੱਧਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਸਿੱਧਨਾਥੋ ਸਰੂਪ ਪ੍ਰਗਟ ਕਰੋ। ਕੋਈ ਤੇ ਪਹਾੜਾਂ ਵੱਲ ਨੂੰ ਦੌੜ ਗਿਆ ਲੱਭਣ ਵਾਸਤੇ ਕਿ ਗੁਰੂ ਨਾਨਕ ਸਾਹਿਬ ਕਿਸੇ ਪਹਾੜ ਵਿੱਚ ਬੈਠੇ ਹੋਣਗੇ। ਕੋਈ ਪਤਾਲ ਦੇ ਵਿੱਚ ਘੁੰਮਦਾ ਫਿਰਦਾ, ਕੋਈ ਆਕਾਸ਼ ਵਿੱਚ ਚਲਿਆ ਗਿਆ, ਕੋਈ ਚੰਦਰਮਾ ਤਾਰਿਆਂ ਦੇ ਉੱਤੇ। ਸ਼ਕਤੀਆਂ ਇਹਨਾਂ ਕੋਲ ਬੇਅੰਤ ਸਨ, ਤੇ ਸ਼ਕਤੀਆਂ ਲਾ ਲਾ ਕੇ ਖੋਜ ਕਰਕੇ ਹੰਭ ਗਏ, ਹਾਰ ਗਏ। ਗੁਰੂ ਨਾਨਕ ਸਾਹਿਬ ਦਾ ਸਰੂਪ ਨਾ ਪ੍ਰਗਟ ਹੋਇਆ।
ਤੇ ਫਿਰ ਉਸ ਵੇਲੇ ਜਦੋਂ ਇਹਨਾਂ ਦੇ ਹੱਥ ਖੜੇ ਹੋ ਗਏ ਸਿੱਧਨਾਥਾਂ ਦੇ, ਤਾਂ ਭਾਈ ਬਾਲੇ ਦੇ ਕੋਲ ਆਏ, ਕਹਿੰਦੇ ਬਾਲਿਆ ਤੂੰ ਗੁਰੂ ਨਾਨਕ ਸਾਹਿਬ ਦਾ ਸੰਗੀ ਹੈ, ਤੂੰ ਸੰਗਤ ਕਰਦਾ ਗੁਰੂ ਨਾਨਕ ਸਾਹਿਬ ਦੀ, ਸਾਡੇ ਤੇ ਹੱਥ ਖੜੇ ਹੋ ਗਏ, ਹੁਣ ਪ੍ਰਗਟ ਕਰ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ। ਭਾਈ ਬਾਲਾ ਜੀ ਕਹਿੰਦੇ ਆਓ ਆਪਾਂ ਸਾਰੇ ਮਿਲ ਕੇ ਅਰਦਾਸ ਕਰਾਂਗੇ, ਗੁਰੂ ਨਾਨਕ ਸਾਹਿਬ ਦਾ ਸਰੂਪ ਪ੍ਰਗਟ ਹੋਵੇਗਾ। ਫਿਰ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ। ਅਰਦਾਸ ਭਾਈ ਬਾਲਾ ਜੀ ਨੇ ਜਦੋਂ ਸਤਿਗੁਰੂ ਦੇ ਚਰਨਾਂ ਦਾ ਧਿਆਨ ਰੱਖ ਕਰਕੇ ਕੀਤੀ ਹੈ, ਤਾਂ ਗੁਰੂ ਨਾਨਕ ਸਾਹਿਬ ਦਾ ਸਰੂਪ ਸਾਹਮਣੇ ਬੈਠਾ ਹੈ। ਸਿੱਧ ਫਿਰ ਗੁਰੂ ਨਾਨਕ ਸਾਹਿਬ ਦੇ ਚਰਨੀ ਡਿੱਗਣਾ ਕੀਤੀ। ਉਹ ਸਿੱਧ ਜਿਹੜੇ ਸਨ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਨੂੰ ਕਿਉਂ ਨਹੀਂ ਹਰਾ ਸਕੇ? ਉਹ ਮਨ ਦੀ ਅਵਸਥਾ ਤੇ ਖੜੇ ਸਨ। ਮਨ ਦੀ ਅਵਸਥਾ ਵਾਲੇ ਨੂੰ ਆਤਮਾ ਦਾ ਕੋਈ ਗਿਆਨ ਨਹੀਂ। ਸਰੀਰ ਦੀ ਅਵਸਥਾ ਤੇ ਖੜੇ ਸਰੀਰ ਦੇ ਗਿਆਨੀ ਨੂੰ ਮਨ ਦੀ ਅਵਸਥਾ ਦਾ ਕੋਈ ਗਿਆਨ ਨਹੀਂ ਹੁੰਦਾ। ਜਿਹਨੂੰ ਆਤਮਿਕ ਗਿਆਨ ਆ ਗਿਆ, ਆਤਮਾ ਦੇ ਤਲੇ ਤੇ ਜਿਹੜੀ ਸ਼ਖਸੀਅਤ ਪਹੁੰਚ ਜਾਂਦੀ, ਉਹਨੂੰ ਕਰੋੜਾਂ ਬ੍ਰਹਮੰਡਾਂ ਦੇ ਸਰੀਰਾਂ ਦਾ ਗਿਆਨ, ਸਾਰਿਆਂ ਦੇ ਮਨਾਂ ਦੇ ਫੁਰਨਿਆਂ ਨੂੰ ਬੁੱਝਣ ਦੀ ਸ਼ਕਤੀ ਉਹਦੇ ਅੰਦਰ ਹੁੰਦੀ, ਤੇ ਪਰਮਾਤਮਾ ਨੂੰ ਜਿੱਥੇ ਚਾਹੇ ਉਹ ਪ੍ਰਗਟ ਕਰ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ ਪ੍ਰਕਾਰ ਉਹਨਾਂ ਸਿੱਧਨਾਥਾਂ ਦਾ ਹੰਕਾਰ ਤੋੜਿਆ, ਗੁਮਾਨ ਤੋੜਿਆ। ਕਿਉਂ? ਗੁਰੂ ਨਾਨਕ ਸਾਹਿਬ ਜੀ ਦਰ ਦਰ ਤੇ ਗਏ ਨੇ। ਜਾਂਦੇ ਕਿੱਥੇ ਸੀ ਗੁਰੂ ਨਾਨਕ ਸਾਹਿਬ? ਵੱਡੇ ਵੱਡੇ ਰਾਜਿਆਂ ਦੇ ਕੋਲ, ਕੌਰੂ ਬਾਦਸ਼ਾਹ ਦੇ ਕੋਲ ਗਏ ਗੁਰੂ ਨਾਨਕ ਸਾਹਿਬ। 40 ਗੰਜ ਜੋਰਿਓ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨ। ਜਿਹਨੇ 40 ਗੰਜ ਮਾਇਆ ਦੇ ਜੋੜ ਕੇ ਰੱਖੇ ਹੋਏ ਸਨ। ਗੰਜ ਦਾ ਅਰਥ ਹੁੰਦਾ ਜਿਵੇਂ ਮਨੁੱਖ ਦੇ ਸਿਰ ਦੇ ਵਿੱਚ ਗੰਜ ਪੈਂਦਾ ਹੈ। ਸਿਰ ਸਾਰਿਆਂ ਤੋਂ ਉੱਚਾ ਹੈ ਬੰਦੇ ਦਾ। ਜੇ 6 ਫੁੱਟ ਦਾ ਬੰਦੇ ਦਾ ਕੱਦ ਹੋਵੇ ਤਾਂ 6-6 ਫੁੱਟ ਉੱਚੀਆਂ ਜਿਹੜੀਆਂ ਜਿਵੇਂ ਮੰਡੀਆਂ ਵਿੱਚ ਅਨਾਜ ਦੀਆਂ ਢੇਰੀਆਂ ਹੁੰਦੀਆਂ, ਇਸ ਤਰ੍ਹਾਂ ਸਿੱਕਿਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ। ਇਹ ਵੀ ਗੰਜ ਦਾ ਅਰਥ ਕੀਤਾ ਜਾਂਦਾ ਜਿਹਦੇ ਉੱਪਰ ਦੀ ਮਨੁੱਖ ਦਾ ਦੂਜੇ ਦਾ ਸਿਰ ਨਾ ਦਿਸਣਾ ਕਰੇ। ਇੰਨੇ ਉੱਚੇ ਢੇਰ ਮਾਇਆ ਇਕੱਠੀ ਕਰਕੇ ਕੌਰੂ ਬਾਦਸ਼ਾਹ ਨੇ ਲਾ ਰੱਖੇ ਸਨ। ਤੇ ਗੰਜ ਦਾ ਅਰਥ ਪਹਾੜਾਂ ਦੇ ਸਮਾਨ ਵੀ ਉੱਚੇ ਉੱਚੇ ਟਿੱਬਿਆਂ ਵਰਗੇ ਜਿਹੜੇ ਢੇਰ ਲੱਗੇ ਹੋਣੇ। ਤੇ ਉਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ ਤਾਂ ਇਹ ਕੌਰੂ ਜਿਹੜਾ ਬਾਦਸ਼ਾਹ ਸੀ, ਇਹਨੇ ਕਿੱਡੇ ਵੱਡੇ ਵੱਡੇ ਪਾਪ ਕੀਤੇ ਹੋਏ ਸਨ। ਇੱਥੋਂ ਤੱਕ ਕਿ ਲੋਕਾਂ ਦੀ ਪਰਖ ਕਰਨ ਵਾਸਤੇ ਇਹ ਵੀ ਕਹਿ ਦਿੱਤਾ ਸੀ ਕੌਰੂ ਬਾਦਸ਼ਾਹ ਨੇ, ਕਹਿੰਦਾ ਜਿਸ ਦੇ ਘਰ ਵਿੱਚੋਂ ਕੋਈ ਰੁਪਇਆ ਮਿਲ ਜਾਵੇਗਾ, ਮੈਂ ਆਪਣੀ ਲੜਕੀ ਦੀ ਸ਼ਾਦੀ ਉਹਦੇ ਨਾਲ ਕਰ ਦਿਆਂਗਾ। ਸ਼ਾਦੀ ਕੀ ਕਰਨੀ ਸੀ? ਇਹਨੇ ਪਰਖ ਕਰਨੀ ਸੀ, ਦੇਖਣਾ ਸੀ ਵੀ ਕਿਸੇ ਕੋਲ ਰੁਪਈਆ ਤੇ ਨਹੀਂ ਰਹਿ ਗਿਆ। ਇੱਕ ਨੌਜਵਾਨ ਦੇ ਮਨ ਵਿੱਚ ਇਹ ਵਿਚਾਰ ਆਈ, ਮੈਂ ਕਿਉਂ ਨਾ ਬਾਦਸ਼ਾਹ ਦਾ ਜਵਾਈ ਦਮਾਦ ਬਣ ਜਾਵਾਂ। ਮਾਂ ਨੂੰ ਕਹਿਣ ਲੱਗਿਆ 1 ਰੁਪਈਆ ਜਿੱਥੋਂ ਮਰਜ਼ੀ ਲਿਆ ਕੇ ਦੇ। ਮਾਂ ਨੇ ਬਥੇਰਾ ਸਮਝਾਇਆ ਵੀ ਰੁਪਈਆ ਕਿੱਥੇ, ਇੱਥੇ ਤੇ ਕੌਡੀ ਨਹੀਂ ਮਿਲਦੀ, ਘਰਾਂ ਵਿੱਚ ਬਾਦਸ਼ਾਹ ਨੇ ਛੱਡਿਆ ਹੀ ਨਹੀਂ ਕਿਸੇ ਕੋਲ। ਰੁਪਈਆ ਨਹੀਂ ਮੈਂ ਤੈਨੂੰ ਦੇ ਸਕਦੀ। ਉਹਨੇ ਜਿੱਦ ਕੀਤੀ, ਇਕਲੌਤਾ ਪੁੱਤਰ ਸੀ। ਤੇ ਮਾਂ ਨੇ ਜਦੋਂ ਵੇਖਿਆ ਵੀ ਹੁਣ ਨਹੀਂ ਟਲਦਾ, ਕਹਿੰਦੀ ਇਸ ਤਰ੍ਹਾਂ ਕਰ ਪੁੱਤਰ, ਜਦੋਂ ਤੇਰਾ ਬਾਪ ਚੜ੍ਹਾਈ ਕੀਤਾ ਸੀ ਉਹਨੂੰ ਕਬਰ ਵਿੱਚ ਪਾਇਆ ਸੀ, ਉਹਦੇ ਕਬਰ ਦੇ ਵਿੱਚ ਮੂੰਹ ਵਿੱਚ 1 ਰੁਪਈਆ ਰੱਖਿਆ ਸੀ ਮਰੇ ਹੋਏ ਦੇ। ਜਾਂ ਕਬਰ ਪੁੱਟ ਲੈ ਆਪਣੇ ਪਿਤਾ ਦੀ, ਉਹਦੇ ਵਿੱਚੋਂ ਰੁਪਈਆ ਕੱਢ ਲੈ। ਤਾਂ ਉਸੇ ਵੇਲੇ ਉਹਨੇ ਜਾ ਕੇ ਪਿਤਾ ਦੀ ਕਬਰ ਪੁੱਟ ਲਈ ਤੇ ਉਹਦੇ ਮੂੰਹ ਵਿੱਚੋਂ ਪਿੰਜਰ ਦੇ ਵਿੱਚ ਜਿਹੜਾ 1 ਰੁਪਈਆ ਫਸਿਆ ਹੋਇਆ ਕੱਢ ਲਿਆ ਸੀ। ਤੇ ਜਦੋਂ ਜਾ ਕੇ ਬਾਦਸ਼ਾਹ ਕੌਰੂ ਦੇ ਦਰਵਾਜ਼ੇ ਤੇ ਗਿਆ, ਕਹਿੰਦਾ ਜੀ 1 ਰੁਪਈਆ ਲਓ ਤੇ ਜਿਹੜੇ ਤੁਸੀਂ ਵਚਨ ਕੀਤੇ ਨੇ ਮੈਨੂੰ ਆਪਣੀ ਲੜਕੀ ਦਾ ਰਿਸ਼ਤਾ ਨਾਤਾ ਦਿਓ। ਬਾਦਸ਼ਾਹ ਨੇ ਕੀ ਕਰਨਾ ਸੀ? ਉਸੇ ਵੇਲੇ ਉਹਨੂੰ ਗ੍ਰਿਫਤਾਰ ਕਰ ਲਿਆ। ਸਾਰੇ ਆਪਣੇ ਇਲਾਕੇ ਦੇਸ਼ ਦੇ ਵਿੱਚੋਂ ਮੈਂ ਰੁਪਏ ਇਕੱਠੇ ਕਰ ਲਏ। ਮੈਂ ਇੱਕ ਕਾਣੀ ਕੌਡੀ ਨਹੀਂ ਲੋਕਾਂ ਕੋਲ ਰਹਿਣ ਦਿੱਤੀ, ਤੂੰ ਰੁਪਈਆ ਕਿੱਥੋਂ ਲੈ ਕੇ ਆ ਗਿਆ? ਤੇ ਫਿਰ ਉਹਨੂੰ ਦੱਸਣਾ ਪਿਆ, ਕਹਿੰਦਾ ਮੈਂ ਤੇ ਆਪਣੇ ਪਿਤਾ ਦੀ ਕਬਰ ਪੁੱਟ ਕੇ ਉਹਦੇ ਵਿੱਚੋਂ ਕੱਢ ਕੇ ਲਿਆਇਆ।
ਫਿਰ ਇਸ ਕੌਰੂ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਸੀ, ਜਿੰਨੀਆਂ ਕਬਰਾਂ ਧਰਤੀ ਵਿੱਚ ਪਈਆਂ ਸਾਰੀਆਂ ਪੁੱਟ ਕੇ ਰੁਪਏ ਮੂੰਹਾਂ ਵਿੱਚੋਂ ਕੱਢੇ ਜਾਣ। ਕਬਰਾਂ ਵਿੱਚੋਂ ਵੀ ਰੁਪਏ ਕਢਾ ਲਏ। 40 ਗੰਜ ਜੋਰਿਓ ਨਾ ਰਾਖਿਓ ਈਮਾਨ। ਈਮਾਨ ਦਾ ਅਰਥ ਹੁੰਦਾ ਧਰਮ। ਜਿਹਨੇ ਧਰਮ ਨਾ ਰੱਖਣਾ ਕੀਤਾ, 40 ਗੰਜ ਜੋੜ ਲਏ ਉਸਨੇ। ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨ। ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਅਮੀਰੀ ਜਿਹੜੀ ਹੈ ਇਹ ਚੰਗੀ ਲੱਗਦੀ ਹੈ ਸਾਹਮਣੇ ਅਮੀਰ ਬੰਦਿਆਂ ਕੋਲ, ਤੇ ਪਰੰਤੂ ਪੁੱਛ ਕੇ ਵੇਖੋ ਕਿ ਇਕੱਠਾ ਇਹਨੂੰ ਕਿਵੇਂ ਕੀਤਾ ਹੈ। ਤੇ ਸਾਧ ਸੰਗਤ ਜੀ, ਕੋਈ ਵਿਰਲਾ ਹੀ ਹੋਵੇਗਾ ਜਿਹੜਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ, ਕੁਝ ਦਸਵੰਧ ਕੱਢ ਕਰਕੇ ਆਪਣਾ ਪਰਿਵਾਰ ਪਾਲਦਾ ਹੋਵੇ, ਤੇ ਨਹੀਂ ਤੇ ਦੁਨੀਆ ਦੇ ਅੰਦਰ 2 ਨੰਬਰ ਦਾ ਧੰਦਾ ਜਿਹੜਾ ਕਿੰਨਾ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਕਿਉਂ ਗਏ ਨੇ ਕੌਰੂ ਬਾਦਸ਼ਾਹ ਦੇ ਕੋਲ? ਦੁਨੀਆ ਦਾ ਬਾਦਸ਼ਾਹ ਸੀ, ਲੋਕ ਭੈ ਭੀਤ ਹੁੰਦੇ ਸੀ, ਉਹਦਾ ਹੁਕਮ ਮੰਨਦੇ ਸੀ ਔਰੰਗਜ਼ੇਬ ਦੇ ਵਾਂਗ। ਤੇ ਜਦੋਂ ਉਹਦੇ ਕਰਮ ਸੁਣੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਤਾਂ ਕਬਰਾਂ ਚੋਂ ਵੀ ਰੁਪਈਏ ਕਢਾਈ ਬੈਠਾ, 40 ਗੰਜ ਜੋੜ ਕਰਕੇ ਝੰਡੇ ਝੂਲਦੇ ਨੇ ਇਹਦੇ ਮਹੱਲ ਦੇ ਉੱਪਰ। ਗੁਰੂ ਨਾਨਕ ਸਾਹਿਬ ਦਰਵਾਜ਼ੇ ਤੇ ਜਾ ਕੇ ਬੈਠ ਗਏ, ਤੇ ਸਾਹਮਣੇ ਕੋਲੇ ਨਾਲ ਮਰਦਾਨਾ ਹੈ, ਨਾਲ ਭਾਈ ਬਾਲਾ ਹੈ। ਉੱਥੇ ਸਤਿਗੁਰਾਂ ਨੇ ਕੀ ਚੋਜ ਕਰਨੇ ਕੀਤੇ, ਤੇ ਠੀਕਰੀਆਂ ਟੁੱਟੀਆਂ ਹੋਈਆਂ ਸਤਿਗੁਰਾਂ ਨੇ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਥੈਲੀਆਂ ਭਰ ਭਰ ਕੇ ਉਹ ਠੀਕਰੀਆਂ ਰੱਖੀ ਜਾਂਦੇ ਨੇ, ਹੋਰ ਟੁੱਟੀਆਂ ਠੀਕਰਾਂ ਇਕੱਠੀਆਂ ਕਰੀ ਜਾਂਦੇ ਨੇ, ਤੇ ਕੌਰੂ ਬਾਦਸ਼ਾਹ ਉੱਪਰ ਮਹੱਲ ਵਿੱਚ ਬੈਠਾ ਦੇਖੀ ਜਾ ਰਿਹਾ। ਸਿਪਾਹੀਆਂ ਨੂੰ ਪੁੱਛਦਾ, ਵਜ਼ੀਰਾਂ ਨੂੰ ਕਹਿੰਦਾ, ਇਹ ਸਾਧ ਕਿਹੋ ਜਿਹੇ ਨੇ? ਇਹ ਟੁੱਟੀਆਂ ਹੋਈਆਂ ਠੀਕਰਾਂ ਜਿਹੜੀਆਂ ਥੈਲੀਆਂ ਭਰ ਭਰ ਕੇ ਰੱਖੀ ਜਾਂਦੇ ਨੇ, ਪੁੱਛੋ ਜਾ ਕੇ ਇਹਨਾਂ ਤੋਂ ਕੀ ਕਰਨੀਆਂ ਨੇ। ਜਦੋਂ ਆ ਕੇ ਵਜ਼ੀਰ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਸਤਿਗੁਰਾਂ ਨੇ ਕੋਈ ਗੱਲ ਹੀ ਨਹੀਂ ਸੁਣੀ। ਉਸੇ ਤਰ੍ਹਾਂ ਠੀਕਰੀਆਂ ਦੀਆਂ ਭਰ ਭਰ ਕੇ ਥੈਲੀਆਂ ਰੱਖੀ ਜਾਂਦੇ ਨੇ। ਤੇ ਬਾਦਸ਼ਾਹ ਕੌਰੂ ਫਿਰ ਆਪ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ। ਕਹਿਣ ਲੱਗਿਆ, ਜੀ ਤੁਹਾਡੇ ਬਾਣੇ ਕਰਕੇ, ਲਿਬਾਸ ਕਰਕੇ ਸਾਧੂ ਰੂਪ ਲੱਗਦੇ ਹੋ। ਸਾਧੂ ਤਾਂ ਰੱਬ ਦੇ ਪਿਆਰੇ ਹੋਇਆ ਕਰਦੇ, ਉਹ ਤਿਆਗ ਵੈਰਾਗ ਹੁੰਦਾ ਉਹਨਾਂ ਦੇ ਅੰਦਰ। ਤੇ ਤੁਸੀਂ ਇਹ ਟੁੱਟੀਆਂ ਠੀਕਰੀਆਂ ਇਕੱਠੀਆਂ ਕਰੀ ਜਾਂਦੇ, ਲੋਕਾਂ ਨੇ ਬਾਹਰ ਸੁੱਟੀਆਂ ਕੱਢ ਕੇ ਘਰਾਂ ਵਿੱਚੋਂ ਤੁਸੀਂ ਥੈਲੀਆਂ ਭਰੀ ਜਾਂਦੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਬਾਦਸ਼ਾਹ ਇੰਨਾ ਸਮਾਂ ਨਹੀਂ ਸਾਡੇ ਕੋਲ, ਸਾਨੂੰ ਮਤਾਂ ਬੁਲਾਣਾ ਕਰ। ਫਿਰ ਸਤਿਗੁਰੂ ਉਹ ਥੈਲੀਆਂ ਭਰਨ ਲੱਗ ਪਏ। ਬਾਦਸ਼ਾਹ ਦੇ ਮਨ ਅੰਦਰ ਭਰਮ ਪਿਆ ਬਹੁਤ ਵੱਡਾ, ਵੀ ਮੈਂ ਵੀ ਬੁਲਾ ਕੇ ਹਟਾਂਗਾ, ਪੁੱਛਾਂਗਾ ਵੀ ਇਹ ਕਰਨੀਆਂ ਕੀ ਨੇ। ਜਦੋਂ ਬਾਰ-ਬਾਰ ਜਿੱਦ ਕਰਦਾ ਸਤਿਗੁਰਾਂ ਦੇ ਅੱਗੇ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਬਾਦਸ਼ਾਹ ਤੈਨੂੰ ਨਹੀਂ ਪਤਾ ਮਨੁੱਖਾ ਸਰੀਰ ਕਰਕੇ ਰਹਿਣਾ ਕਿਸੇ ਨੇ ਵੀ ਨਹੀਂ ਹੈ। ਇਹ ਤਾਂ 4 ਦਿਨ ਦੀ ਜ਼ਿੰਦਗੀ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਕੋਈ ਦਮ ਦਾ ਵੀ ਭਰੋਸਾ ਨਹੀਂ ਹੈ। ਫਿਰ ਤੁਸੀਂ ਠੀਕਰੀਆਂ ਕੀ ਕਰਨੀਆਂ? ਤਾਂ ਸਤਿਗੁਰੂ ਕਹਿੰਦੇ, ਜਿਸ ਵੇਲੇ ਸਰੀਰ ਛੱਡ ਕੇ ਜਾਵਾਂਗੇ, ਪਰਲੋਕ ਨੂੰ ਨਾਲ ਲੈ ਕੇ ਤੁਰਾਂਗੇ। ਖੇੜ ਖੇੜ ਕਰਕੇ ਹੱਸਿਆ, ਕਹਿੰਦਾ, ਦੇਖੋ ਸਾਧ ਲੋਕ ਨੇ, ਇਹਨਾਂ ਦੇ ਅੰਦਰ ਤੇ ਗਿਆਨ ਹੋਣਾ ਚਾਹੀਦਾ ਵੀ ਜਿਹੜੀ ਮਾਇਆ ਨਾਸਵੰਤ ਹੈ, ਜੜ ਰੂਪ ਹੈ, ਇਹ ਦੁੱਖ ਰੂਪ ਹੈ। ਇਹ ਕਹਿੰਦੇ ਨੇ ਨਾਲ ਲੈ ਕੇ ਤੁਰਾਂਗੇ। ਕਹਿੰਦਾ, ਜੀ ਨਾਲ ਤੇ ਅੰਤਲੇ ਸਮੇਂ ਇੱਕ ਸੂਈ ਵੀ ਨਹੀਂ ਜਾਂਦੀ ਹੈ, ਉਹ ਵੀ ਧਰਤੀ ਤੇ ਰਹਿ ਜਾਂਦੀ, ਸੇਵਿਆਂ ਦੀ ਅੱਗ ਦੇ ਵਿੱਚ ਹੀ ਉਹ ਲਾਲ ਹੋ ਕੇ ਪਿਘਲ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਦਸ਼ਾਹ ਕੌਰੂ ਸਾਨੂੰ ਪਤਾ ਹੈ ਜਿਹੜੀ ਸੂਈ ਨਾਲ ਨਹੀਂ ਜਾਂਦੀ, ਤੇ ਜਿਹੜੇ 40 ਗਜ ਜੋੜ ਕਰਕੇ ਰੱਖੇ ਨੇ, ਇਹ ਕਿੱਥੇ ਲੈ ਕੇ ਜਾਣੇ ਨੇ? ਸਤਿਗੁਰੂ ਪਾਤਸ਼ਾਹ ਦੇ ਜਦੋਂ ਐਸੇ ਬਚਨ ਰਸਨਾ ਤੋਂ ਨਿਕਲੇ, ਸਰੀਰ ਪੈਰਾਂ ਤੋਂ ਲੈ ਕੇ ਸਿਰ ਤੱਕ ਕਾਂਬਾ ਛਿੜ ਗਿਆ। ਕਿਉਂਕਿ ਜਿਹੜੇ ਪਾਪ ਕਰਮ ਜੀਵ ਕਰਦਾ, ਉਹ ਅੰਦਰੋਂ ਕਾਂਬਾ ਛੇੜਦੇ ਨੇ। ਤੇ ਫਿਰ ਸਤਿਗੁਰੂ ਪਾਤਸ਼ਾਹ ਦੇ ਆ ਕੇ ਚਰਨਾਂ ਤੇ ਡਿੱਗ ਪਿਆ। ਕਹਿੰਦਾ, ਮੈਨੂੰ ਤੇ ਕਿਸੇ ਨੇ ਸਿੱਖਿਆ ਹੀ ਨਹੀਂ ਦਿੱਤੀ, ਅੱਜ ਸਮਝ ਪਈ ਆਪ ਜੀ ਦੇ ਬਚਨ ਸੁਣ ਕਰਕੇ, ਮਹਾਰਾਜ ਮੈਂ ਬਖਸ਼ਿਆ ਜਾਵਾਂਗਾ। ਸਤਿਗੁਰੂ ਜੀ ਕਹਿੰਦੇ, ਬਾਦਸ਼ਾਹ ਪਰਮਾਤਮਾ ਬੜਾ ਬੇਅੰਤ ਹੈ, ਬੜਾ ਕਿਰਪਾਲੂ ਹੈ, ਦਇਆ ਦਾ ਸਾਗਰ ਹੈ ਪਰਮਾਤਮਾ, ਪਤਿਤ ਪਾਵਨ ਹੈ, ਭਗਤ ਬਚਲ ਹੈ, ਕਰਨਾ ਨਿਧਾਨ। ਐਵੇਂ ਨਹੀਂ ਪਰਮਾਤਮਾ ਦੇ ਨਾਮ ਪੈ ਗਏ।
ਪਤਿਤ ਪਾਪੀਆਂ ਨੂੰ ਪਾਵਨ ਨੂੰ ਪਵਿੱਤਰ ਕਰ ਦਿੰਦਾ। ਕਿੱਡਾ ਵੱਡਾ ਪਾਪ ਕਿਉਂ ਨਾ ਕੀਤਾ ਹੋਵੇ, ਬੱਜਰ ਪਾਪੀ ਵੀ ਕਿਉਂ ਨਾ ਹੋਵੇ, ਜੇ ਇੱਕ ਵਾਰੀ ਆ ਕੇ ਡਿੱਗ ਪਵੇ ਚਰਨਾਂ ਤੇ, ਕਹਿ ਦੇਵੇ ਮਹਾਰਾਜ ਮੈਨੂੰ ਬਖਸ਼ ਲੈ, ਮੈਂ ਤੇਰਾ ਬੱਚਾ ਹਾਂ, ਭੁੱਲਣਹਾਰ ਹਾਂ, ਤੇ ਪਰਮਾਤਮਾ ਕਦੇ ਉਹਦੀ ਔਗਣ ਨਹੀਂ ਚਿਤਾਰੇਗਾ। ਬੰਦਾ ਬੰਦੇ ਦੀ ਔਗਣ ਕਦੇ ਭੁੱਲਦਾ ਨਹੀਂ, ਤੇ ਪਰਮਾਤਮਾ ਦੀ ਔਗਣ ਕਦੇ ਯਾਦ ਨਹੀਂ ਰੱਖਦਾ। ਜੇ ਵਾਹਿਗੁਰੂ ਕਿਤੇ ਯਾਦ ਰੱਖਣ ਲੱਗ ਜਾਵੇ ਔਗਣ ਸਾਡੇ ਕੀਤੇ ਹੋਏ, ਇੱਕ ਬੁਰਕੀ ਵੀ ਨਾ ਸਾਨੂੰ ਪ੍ਰਾਪਤ ਹੋਵੇ ਖਾਣ ਵਾਸਤੇ। 36 ਤਰ੍ਹਾਂ ਦੇ ਪਦਾਰਥ ਛਕਣ ਵਾਸਤੇ ਪਰਮਾਤਮਾ ਨੇ ਦਿੱਤੇ ਨੇ। ਇਹ ਦਇਆ ਦਾ ਸਾਗਰ ਹੈ ਪਰਮੇਸ਼ਰ। ਫਿਰ ਉਹਨੇ ਕਿਹਾ ਮਹਾਰਾਜ ਮੈਨੂੰ ਬਖਸ਼ ਲਓ। ਸਤਿਗੁਰੂ ਕਹਿੰਦੇ ਬਖਸ਼ਣ ਵਾਲਾ ਪਰਮਾਤਮਾ। ਮਹਾਰਾਜ ਮੈਂ ਕਿਵੇਂ ਬਖਸ਼ਿਆ ਜਾਵਾਂਗਾ? ਸਤਿਗੁਰੂ ਕਹਿੰਦੇ ਜਿਸ ਕਾਦਰ ਨੇ ਆਪਣੀ ਕੁਦਰਤ ਸ਼ਕਤੀ ਜੀਵਾਂ ਦੇ ਵਿੱਚ ਰੱਖੀ ਹੈ, ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਜਿਨ੍ਹਾਂ ਦੇ ਹੱਥਾਂ ਚੋਂ, ਜਿਨ੍ਹਾਂ ਦੀਆਂ ਕਬਰਾਂ ਚੋਂ ਮਾਇਆ ਕੱਢ ਕੇ ਲਿਆਇਆ, ਤੇ ਇਹ ਮਾਇਆ ਸਾਰੀ ਹੁਣ ਲੋਕਾਂ ਵਿੱਚ ਵੰਡ ਦੇ। ਗਰੀਬਾਂ ਵਾਸਤੇ ਲੰਗਰ ਚਲਾ ਦੇ, ਭੁੱਖਿਆਂ ਵਾਸਤੇ ਅੰਨ ਦਾ ਦਾਨ, ਨੰਗੇਜ ਪੁਰਸ਼ਾਂ ਨੂੰ ਵਸਤਰਾਂ ਦਾ ਦਾਨੀ ਬਣ ਕੇ ਦਾਨ ਕਰ, ਪਰਮਾਤਮਾ ਤੇਰਾ ਭਲਾ ਕਰੇਗਾ। ਸਤਿਗੁਰੂ ਪਾਤਸ਼ਾਹ ਦੇ ਐਸੇ ਬਚਨ ਹਿਰਦੇ ਨੂੰ ਚੀਰ ਗਏ, ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਕੌਰੂ ਬਾਦਸ਼ਾਹ, ਜਿਹੜਾ ਸਾਧ ਸੰਗਤ ਪਾਪੀਆਂ ਦੀ ਗਿਣਤੀ ਵਿੱਚ ਆ ਚੁੱਕਿਆ ਸੀ, ਗੁਰੂ ਦੀ ਕਿਰਪਾ ਨਾਲ ਅੱਜ ਗਰੀਬਾਂ ਦੀਆਂ ਸੀਸਾਂ ਲੈ ਕਰਕੇ ਪਰਮਾਤਮਾ ਵਾਹਿਗੁਰੂ ਦੇ ਦਰ ਦਾ ਪਾਤਰ ਬਣ ਗਿਆ। ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ, ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਉੱਥੇ ਜਾ ਕੇ ਬਾਦਸ਼ਾਹਾਂ ਦੇ ਨਾਲ ਸਤਿਗੁਰਾਂ ਮਿਲਾਪ ਕੀਤਾ। ਕਿਉਂਕਿ ਸਾਰੇ ਲੋਕ ਜਿਹੜੇ ਰਾਜਿਆਂ ਦੇ ਅਧੀਨ ਹੋਇਆ ਕਰਦੇ, ਇੱਕ ਰਾਜੇ ਦੇ ਰਾਜ ਵਿੱਚ ਚਲੇ ਗਏ ਸਤਿਗੁਰੂ ਜੀ, ਤੇ ਵੇਖਿਆ ਕਿ ਉਹ ਜਿਹੜਾ ਰਾਜਾ ਸੀ ਤੇ ਉਹਦੇ ਅੰਦਰ ਸ਼ਰਧਾ ਬੜੀ ਬਣ ਆਈ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕਰਕੇ, ਤੇ ਇੰਨਾ ਪ੍ਰਭਾਵਿਤ ਹੋਇਆ ਸਤਿਗੁਰੂ ਦੀ ਬਾਣੀ ਸੁਣ ਕੇ। ਕਿਉਂਕਿ ਜਿਹੜੀ ਬਾਣੀ ਹੈ ਇਹ ਤਪਦੇ ਹਿਰਦਿਆਂ ਨੂੰ ਠਾਰ ਦਿੰਦੀ ਹੈ। ਪੱਥਰ ਵਰਗੇ ਕਠੋਰ ਦਿਲਾਂ ਨੂੰ ਮੋਮ ਦੇ ਵਾਂਗ ਪਿਘਲਾ ਦਿੰਦੀ ਗੁਰੂ ਨਾਨਕ ਦੀ ਬਾਣੀ। ਜਦੋਂ ਉਸ ਰਾਜੇ ਨੇ ਸਤਿਗੁਰਾਂ ਦੇ ਬਚਨ ਸੁਣੇ, ਅਗੰਮੀ ਕੀਰਤਨ ਗੁਰੂ ਨਾਨਕ ਦੀ ਰਸਨਾ ਤੋਂ ਸੁਣਿਆ, ਤੇ ਆ ਕੇ ਸਤਿਗੁਰਾਂ ਦੇ ਚਰਨੀ ਡਿੱਗ ਪਿਆ। ਕਹਿੰਦਾ ਮਹਾਰਾਜ ਮੈਂ ਦੁਨੀਆ ਦਾ ਇਸ ਇਲਾਕੇ ਦਾ ਰਾਜਾ ਹਾਂ। ਬੜੇ ਉਪਦਰਵ ਹੋ ਜਾਂਦੇ ਰਾਜ ਕਰਦਿਆਂ, ਬੜੇ ਪਾਪ ਹੁੰਦੇ ਨੇ। ਕਿਸੇ ਦਾ ਭਲਾ ਹੋ ਜਾਂਦਾ ਤੇ ਬਹੁਤਿਆਂ ਦਾ ਬੁਰਾ ਹੋ ਜਾਂਦਾ ਹੈ। ਮਹਾਰਾਜ ਤੁਹਾਡੇ ਬਚਨ ਸੁਣ ਕਰਕੇ ਅੱਜ ਸੋਝੀ ਪੈ ਗਈ ਕਿ ਇੱਕ ਇੱਕ ਕਰਮ ਦਾ ਲੇਖਾ ਪਰਮਾਤਮਾ ਦੀ ਦਰਗਾਹ ਵਿੱਚ ਦੇਣਾ ਪਵੇਗਾ। ਉਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਮਹਾਰਾਜ ਹੁਣ ਰਾਜ ਕਰਨ ਨੂੰ ਦਿਲ ਨਹੀਂ ਕਰਦਾ। ਕਿਰਪਾ ਕਰੋ, ਮੈਂ ਤੁਹਾਡੇ ਤੋਂ ਪ੍ਰਭਾਵਿਤ ਹੋਇਆ। ਮੇਰਾ ਸਾਰਾ ਰਾਜ ਭਾਗ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਂਭ ਲਓ। ਬਹੁਤ ਸੋਹਣਾ ਰਾਜ ਚੱਲੇਗਾ, ਸਾਰੀ ਪ੍ਰਜਾ ਇਹ ਸੁਖੀ ਬਣ ਜਾਵੇਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ, ਇਹ ਜਿਹੜਾ ਰਾਜ ਭਾਗ ਕਰਮਾਂ ਦੇ ਨਾਲ ਜਪ ਤਪ ਦੇ ਸਦਕਾ ਪ੍ਰਾਪਤ ਹੁੰਦਾ। ਪਿਛਲੀ ਕਮਾਈ ਜਪ ਤਪ ਇਕੱਠਾ ਹੋ ਜਾਵੇ ਤੇ ਦੁਨੀਆ ਦੀ ਬਾਦਸ਼ਾਹੀ ਮਿਲ ਜਾਂਦੀ ਹੈ। ਤੇ ਬੰਦਾ ਜੇਕਰ ਸਾਂਭ ਕੇ ਰੱਖਣਾ ਕਰੇ, ਪਰਮਾਤਮਾ ਦੇ ਭੈ ਵਿੱਚ ਚੱਲੇ, ਤਾਂ ਫਿਰ ਇਹ ਲੋਕ ਵੀ ਸਫਲਾ ਤੇ ਅੱਗੇ ਪਰਲੋਕ ਵੀ ਸਫਲਾ ਹੋ ਜਾਂਦਾ। ਤੇ ਜਦੋਂ ਅਤਿਆਚਾਰ, ਜ਼ੁਲਮ, ਤਸਾਦਦ, ਚੋਰੀ ਆਦਿਕ ਕਰਨੀ, ਇਸ ਤਰ੍ਹਾਂ ਦੇ ਕਰਮਾਂ ਵਿੱਚ ਰਾਜੇ ਬਾਦਸ਼ਾਹ ਪੈ ਜਾਂਦੇ ਨੇ, ਤੇ ਫਿਰ ਅੱਗੇ ਨਰਕਾਂ ਦੇ ਜਿਹੜੇ ਮੂੰਹ ਵੀ ਖੁੱਲ ਜਾਂਦੇ ਨੇ। ਤਾਪ ਕਰਨ ਤੋਂ ਰਾਜ, ਰਾਜ ਤੋਂ ਅੱਗੇ ਨਰਕਾਂ ਵਿੱਚ ਜਾ ਕੇ ਡਿੱਗ ਪੈਂਦੇ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰ ਰਾਜਨ, ਰਾਜ ਤੈਨੂੰ ਦਿੱਤਾ ਤੇਰੇ ਕਰਮਾਂ ਕਰਕੇ ਪਰਮਾਤਮਾ ਨੇ, ਤੇ ਇੱਕ ਚੀਜ਼ ਜਿਹੜੀ ਮੈਂ ਤੇਰੀ ਜ਼ਰੂਰ ਲੈ ਜਾਵਾਂਗਾ। ਪਿਆਰ ਵਿੱਚ ਸਤਿਗੁਰੂ ਕਹਿੰਦੇ ਇੱਕ ਚੀਜ਼ ਤੇਰੀ ਲੈ ਕੇ ਜਾਵਾਂਗੇ, ਤੇ ਰਾਜ ਤੂੰ ਕਰਨਾ। ਕਹਿੰਦੇ ਮਹਾਰਾਜ ਉਹ ਕਿਹੜੀ ਚੀਜ਼ ਮੈਂ ਤੁਹਾਨੂੰ ਦਿਆਂ? ਸਤਿਗੁਰੂ ਕਹਿੰਦੇ ਜਿੰਨਾ ਰਾਜ ਦਾ ਹੰਕਾਰ ਹੈ ਉਹ ਸਾਨੂੰ ਦੇ ਦੇ। ਰਾਜ ਕਰਦਿਆਂ ਤੇਰੇ ਮਨ ਅੰਦਰ ਰੱਤੀ ਮਾਤਰ ਵੀ ਹੰਕਾਰ ਨਾ ਉੱਠਣਾ ਕਰੇ। ਨਿਮਰਤਾ ਵਿੱਚ ਰਹਿ ਕਰਕੇ ਸਾਰਿਆਂ ਦੇ ਚਰਨਾਂ ਦੀ ਖਾਕ ਧੂੜੀ ਹੋ ਕਰਕੇ ਰਾਜ ਕਰ ਤੇ ਸੇਵਾ ਕਰ ਲੋਕਾਂ ਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਰੇ ਰੇ ਦਰਗਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦਿਓ।
ਗੁਰੂ ਨਾਨਕ ਸਾਹਿਬ ਗਏ ਰਾਜਿਆਂ ਕੋਲ, ਰਾਜਿਆਂ ਦੇ ਰਾਜ ਨਹੀਂ ਸਤਿਗੁਰਾਂ ਨੇ ਲਏ। ਕਿਹੜਾ ਇੰਨਾ ਤਿਆਗੀ ਹੋਵੇਗਾ? ਅੱਜ ਤੇ ਲੋਕ ਮਰਦੇ ਨੇ ਰਾਜ ਪ੍ਰਾਪਤੀ ਦੇ ਵਾਸਤੇ, ਗੁਰੂ ਨਾਨਕ ਸਾਹਿਬ ਨੂੰ ਰਾਜੇ ਰਾਜ ਭੇਟ ਕਰਦੇ, ਸਤਿਗੁਰੂ ਤਿਆਗ ਦਿਖਾਉਂਦੇ ਨੇ। ਹੰਕਾਰ ਤੇਰਾ ਲੈ ਜਾਂਦੇ ਤੇ ਬਾਕੀ ਰਾਜ ਤੂੰ ਕਰਨਾ, ਤੇਰੀ ਜ਼ਿੰਮੇਵਾਰੀ ਹੈ। ਸਤਿਗੁਰੂ ਨੇ ਉਸੇ ਵੇਲੇ ਹੰਕਾਰ ਖਿੱਚ ਲਿਆ, ਅੰਦਰੋਂ ਕੱਢ ਲਿਆ ਤੇ ਨਿਮਰਤਾ ਦੇ ਨਾਲ ਰਾਜ ਭਾਗ ਕਰਨ ਲੱਗਿਆ। ਤੇ ਸਾਧ ਸੰਗਤ ਨਿਮਰਤਾ ਵਾਲਾ ਹੀ ਗੁਰੂ ਨਾਨਕ ਦੇ ਦਰ ਤੇ ਪ੍ਰਵਾਨਿਆ ਜਾਂਦਾ। ਜਿੱਥੇ ਵੀ ਸਤਿਗੁਰਾਂ ਦੇ ਚਰਨ ਪੈਂਦੇ ਨੇ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਧ ਸੰਗਤ ਜਿਹੜਾ ਕੋਈ ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ, ਉਹ ਸੇਵਾ ਵਾਲਿਆਂ ਨੂੰ ਵੀ ਨੀਚ ਹੈ ਊਚ ਕਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਕੇ ਦਾਸ ਖੇਮਾਂ ਦਾ ਜਾਚਕ ਹੋਵੇਗਾ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਆਪਾਂ ਜੁੜੇ ਹਾਂ। ਭਾਈ ਮਰਦਾਨੇ ਤੇ ਬਾਲੇ ਦੇ ਨਾਲ ਗੁਰੂ ਨਾਨਕ ਸਾਹਿਬ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜੰਗਲ ਦੇ ਵਿੱਚ ਰਾਤ ਪੈ ਗਈ। ਜਦੋਂ ਜੰਗਲ ਵਿੱਚ ਰਾਤ ਪਈ ਹੈ ਤੇ ਉੱਥੇ ਖਾਣ ਵਾਸਤੇ ਵੀ ਕੁਝ ਨੇੜੇ ਨਹੀਂ ਸੀ। ਭਾਈ ਮਰਦਾਨੇ ਨੂੰ ਬੜੀ ਭੁੱਖ ਲੱਗੀ, ਇਤਿਹਾਸ ਬਣਨਾ ਸੀ, ਇਸੇ ਵਾਸਤੇ ਸਤਿਗੁਰੂ ਨੇ ਮਰਦਾਨੇ ਨੂੰ ਨਾਲ ਰੱਖਿਆ। ਉਹਦੀ ਭੁੱਖ ਦੇ ਬਦਲੇ ਫਿਰ ਆ ਕੇ ਚਰਨ ਪੈਂਦੇ ਸੀ ਸ਼ਹਿਰਾਂ ਨਗਰਾਂ ਦੇ ਵਿੱਚ। ਜਦੋਂ ਅੱਧੀ ਰਾਤ ਦਾ ਵਕਤ ਜੰਗਲ ਵਿੱਚ ਆ ਕੇ ਸਤਿਗੁਰੂ ਟਿਕ ਗਏ ਨੇ ਤੇ ਮਰਦਾਨਾ ਕਹਿੰਦਾ, ਮਹਾਰਾਜ ਕਿਸੇ ਨਗਰ ਵਿੱਚ ਜਾ ਕੇ ਰੁਕਦੇ, ਭੁੱਖ ਬੜੀ ਲੱਗੀ ਹੈ, ਚੰਗੇ ਪਦਾਰਥ ਛਕਣ ਵਾਸਤੇ ਮਿਲਣੇ ਸੀ। ਸਤਿਗੁਰੂ ਕਹਿੰਦੇ, ਕਰਮਾਂ ਅਨੁਸਾਰ ਹੀ ਭੋਜਨ ਹੋਇਆ ਕਰਦਾ ਸਾਧੂਆਂ ਦਾ। ਜਿਹੜਾ ਕਰਮਾਂ ਵਿੱਚ ਲਿਖਿਆ ਤੈਨੂੰ ਇੱਥੇ ਮਿਲ ਜਾਣਾ। ਉੱਥੇ ਨੇੜੇ ਹੀ ਇੱਕ ਬਾਲਕ, ਛੋਟਾ ਜਿਹਾ ਬੱਚਾ, ਰਾਤ ਦੇ ਵਕਤ ਜ਼ਿਮੀਂਦਾਰ ਨੇ ਛੋਲਿਆਂ ਦੀ ਰਾਖੀ ਬਿਠਾਇਆ ਹੋਇਆ ਸੀ। ਤੇ ਉਹ ਬੱਚੇ ਨੇ ਵੇਖਿਆ ਵੀ ਕੋਈ ਸਾਧੂ ਜਾਪਦੇ ਨੇ ਤੇ ਇਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਉਹ ਚੱਲ ਕਰਕੇ ਆ ਗਿਆ। ਸਾਰੀ ਰਾਤ ਸਤਿਗੁਰੂ ਦੇ ਕੋਲ ਬੈਠਾ ਰਿਹਾ, ਵਚਨ ਸੁਣਦਾ ਰਿਹਾ ਤੇ ਉਹਨੇ ਆਪਣੇ ਖੇਤ ਵਿੱਚੋਂ ਛੋਲਿਆਂ ਦੇ ਬੂਟੇ ਪੁੱਟ ਕੇ ਹੋਲਾਂ ਜਿਹੜੀਆਂ ਪਕਾ ਕੇ ਛਕਣ ਵਾਸਤੇ ਲਿਆਂਦੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣੇ ਤੇ ਹੋਲਾਂ ਚਬਾਈਆਂ। ਭਾਈ ਮਰਦਾਨੇ ਦੀ ਭੁੱਖ ਮਿਟ ਗਈ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਤੁਹਾਡੇ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ, ਕਿਰਪਾ ਕਰੋ ਮੈਨੂੰ ਹੁਕਮ ਦਿਓ, ਮੈਂ ਨਗਰ ਵਿੱਚ ਜਾ ਕੇ ਤੁਹਾਡੇ ਵਾਸਤੇ ਦੁੱਧ ਪਾਣੀ ਗਰਮ ਕਰਕੇ ਲਿਆਵਾਂ। ਸਤਿਗੁਰੂ ਕਹਿੰਦੇ, ਨਹੀਂ ਪੁੱਤਰ, ਇੱਥੇ ਬੈਠ, ਸਮਾਂ ਨਹੀਂ ਹੈ। ਗੁਰੂ ਨਾਨਕ ਪਰਮੇਸ਼ਰ ਸਵਰੂਪ ਨੇ, ਸੇਵਾ ਨੂੰ ਮੇਵਾ ਲਾਉਣਾ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਸਮਾਂ ਨਹੀਂ, ਸਾਡੇ ਕੋਲ ਬੈਠ। ਸਤਿਗੁਰਾਂ ਨੇ ਬੱਚੇ ਨੂੰ ਕੋਲ ਬਿਠਾਈ ਰੱਖਿਆ। ਸਾਰੀ ਰਾਤ ਸਤਿਗੁਰਾਂ ਦੇ ਬਚਨ ਸੁਣਦਾ ਰਿਹਾ, ਹੋਲਾਂ ਜਿਹੜੀਆਂ ਭੁੰਨ ਕੇ ਸੇਵਾ ਕਰਕੇ ਛਕਾਂਦਾ ਰਿਹਾ। ਤੇ ਜਦੋਂ ਅੰਮ੍ਰਿਤ ਵੇਲਾ ਹੋਣ ਲੱਗਿਆ ਤੇ ਸਤਿਗੁਰੂ ਕਹਿੰਦੇ, ਪੁੱਤਰ ਹੁਣ ਆਪਣੇ ਨਗਰ ਨੂੰ ਜਾ ਤੇ ਹੁਣ ਜੋ ਤੂੰ ਛਕਾਉਣਾ ਚਾਹੁੰਦਾ ਜਾ ਕੇ ਬਣਾ ਲਿਆ। ਸਤਿਗੁਰਾਂ ਦੇ ਬਚਨ ਸੁਣ ਕੇ ਇਹ ਬਾਲਕ ਅੰਮ੍ਰਿਤ ਵੇਲੇ ਨੂੰ ਆਪਣੇ ਨਗਰ ਵੱਲ ਨੂੰ ਤੁਰਿਆ। ਉਸ ਰਾਤ ਨੂੰ ਕੀ ਭਾਣਾ ਵਰਤਿਆ, ਜਿਹੜਾ ਨਗਰ ਇਲਾਕੇ ਦਾ ਚੌਧਰੀ ਬਾਦਸ਼ਾਹ ਰਾਜਾ ਬਣਾਇਆ ਸੀ, ਉਹ ਚੜ੍ਹਾਈ ਕਰ ਗਿਆ। ਤੇ ਜਦੋਂ ਚੜ੍ਹਾਈ ਕਰ ਗਿਆ, ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ। ਰਾਜੇ ਦੇ ਵਜ਼ੀਰ ਮੰਤਰੀ ਬੜੇ ਉਹ ਸਾਧ ਸੰਗਤ ਧਰਮੀ ਖਿਆਲਾਂ ਵਾਲੇ ਹੋਇਆ ਕਰਦੇ। ਉਹਨਾਂ ਨੇ ਕਿਹਾ ਵੀ ਰਾਜੇ ਦੇ ਘਰ ਵਿੱਚ ਕੋਈ ਪੁੱਤਰ ਨਹੀਂ ਤੇ ਇਹ ਸਾਡਾ ਵਜ਼ੀਰਾਂ ਦਾ ਕੋਈ ਹੱਕ ਨਹੀਂ ਬਣਦਾ ਵੀ ਅਸੀਂ ਰਾਜ ਸਾਂਭ ਲਈਏ। ਹੁਣ ਇਹਦਾ ਇਲਾਜ ਕੀ ਕਰੀਏ? ਸਾਰਿਆਂ ਨੇ ਰਹਿ ਕਰ ਲਈ। ਕਹਿੰਦੇ ਨਗਰ ਦੇ ਸਾਰੇ ਦਰਵਾਜ਼ੇ ਬਾਹਰਲੇ ਕਿਲੇ ਦੇ ਬੰਦ ਕਰ ਦਿਓ। ਜਿਹੜਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਆ ਕੇ ਦਰਵਾਜ਼ਾ ਖੜਕਾਵੇਗਾ ਤੇ ਉਹਨੂੰ ਬਿਨਾਂ ਪੁੱਛਿਆਂ ਆਪਾਂ ਤਖਤ ਤੇ ਬਿਠਾ ਦੇਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸੇਵਾ ਕੁਝ ਘੰਟੇ ਕੀਤੀ, ਬਾਲਕ ਨੇ ਬੈਠ ਕਰਕੇ ਬਚਨ ਸੁਣੇ ਗੁਰੂ ਨਾਨਕ ਸਾਹਿਬ ਜੀ ਦੇ, ਅੱਜ ਥਾਪੜਾ ਲੈ ਕੇ ਨਗਰ ਵੱਲ ਨੂੰ ਤੁਰਿਆ। ਬਾਦਸ਼ਾਹ ਚੜ੍ਹਾਈ ਕਰ ਗਿਆ ਤੇ ਇੰਨੇ ਸਮੇਂ ਨੂੰ ਜਾ ਕੇ ਬੱਚੇ ਨੇ ਦਰਵਾਜ਼ੇ ਤੇ ਹੱਥ ਮਾਰਿਆ, ਦਰਵਾਜ਼ਾ ਖੜਕਾਇਆ। ਵਜ਼ੀਰਾਂ ਮੰਤਰੀਆਂ ਦੇ ਕੰਨ ਖੜੇ ਹੋ ਗਏ, ਇਹ ਪਤਾ ਨਹੀਂ ਕੌਣ ਇਹ ਕਰਮਾਂ ਵਾਲਾ ਮਨੁੱਖ ਆਇਆ ਜਿਹਨੇ ਦਰਵਾਜ਼ਾ ਖੜਕਾ ਦਿੱਤਾ। ਉਹਨਾਂ ਸਾਰਿਆਂ ਸਲਾਹ ਮਸ਼ਵਰਾ ਕੀਤਾ ਹੋਇਆ ਸੀ। ਜਦੋਂ ਦਰਵਾਜ਼ਾ ਖੋਲ੍ਹਿਆ, ਪੈਰਾਂ ਤੋਂ ਨੰਗਾ ਬਾਲਕ
ਸਿਰ ਦੇ ਉੱਪਰ ਵੀ ਕੋਈ ਚੰਗਾ ਵਸਤਰ ਨਹੀਂ, ਸਰੀਰ ਦੇ ਸਾਰੇ ਵਸਤਰ ਫਟੇ ਪੁਰਾਣੇ ਮੈਲੇ ਕੁਚੈਲੇ ਪਾਏ ਹੋਏ ਨੇ, ਤੇ ਵਜ਼ੀਰਾਂ ਨੇ ਬੱਚੇ ਨੂੰ ਗੋਦ ਚੁੱਕ ਲਿਆ। ਉਸੇ ਵੇਲੇ ਜਾ ਕਰਕੇ ਇਸ਼ਨਾਨ ਕਰਵਾਏ ਤੇ ਉਜਲੇ ਸਵਛ ਜਿਹੜੇ ਚਿੱਟੇ ਵਸਤਰ ਪਹਿਨਾ ਕਰਕੇ ਰਾਜ ਗੱਦੀ ਦੇ ਉੱਤੇ ਬਿਠਾ ਕੇ ਇਹਦੇ ਮੱਥੇ ਤੇ ਤਿਲਕ ਲਾ ਦਿੱਤੇ, ਤਾਜ ਪੋਸ਼ੀਆਂ ਕਰ ਦਿੱਤੀਆਂ। ਜਿਹੜਾ ਬੱਚਾ ਅੱਜ ਦੀ ਰਾਤ ਖੇਤਾਂ ਦੇ ਵਿੱਚ ਬੈਠਾ ਹੈ, ਸਾਧ ਸੰਗਤ ਧਰਤੀ ਤੇ ਪੁੰਜੇ ਗੁਰੂ ਨਾਨਕ ਦੇ ਬਚਨ ਸੁਣਦਾ ਪਿਆ, ਅੰਮ੍ਰਿਤ ਵੇਲੇ ਨੂੰ ਅੱਜ ਸਿਰ ਤੇ ਸੋਨੇ ਦੇ ਮੁਕਟ ਲੱਗ ਗਏ ਨੇ, ਤਖਤ ਮਿਲ ਗਿਆ ਜਾ ਕਰਕੇ। ਇਹ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਸਦਕਾ ਹੈ। ਅੱਜ ਵੀ ਜੇ ਸਾਡੀ ਭਾਵਨਾ ਗੁਰੂ ਨਾਨਕ ਸਾਹਿਬ ਜੀ ਵਾਲੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪ੍ਰਗਟ ਹੋ ਆਵੇ, ਅੱਜ 10 ਪਾਤਸ਼ਾਹੀਆਂ ਦੀ ਗੋਦ ਵਿੱਚ ਅਸੀਂ ਬੈਠੇ ਹਾਂ, ਤੇ ਜੇ ਉਹ ਭਾਵਨਾ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਵਾਲੀ ਬਾਲਕ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰੱਖਾਂਗੇ, ਕਿ ਅੱਜ ਨਹੀਂ ਸਾਡੀਆਂ ਝੋਲੀਆਂ ਭਰਨਗੀਆਂ, ਜ਼ਰੂਰ ਭਰਨਗੀਆਂ। ਭਾਵਨਾ ਦੀ ਅੰਦਰ ਸਾਡੇ ਘਾਟ ਹੈ, ਸ਼ਰਧਾ ਸਾਡੀ ਜਿਹੜੀ ਖਤਮ ਹੁੰਦੀ ਜਾ ਰਹੀ। ਗੁਰੂ ਨਾਨਕ ਸਾਹਿਬ ਪਰਮੇਸ਼ਰ ਸਵਰੂਪ ਆਪ ਸਤਿਗੁਰੂ ਮਹਾਰਾਜ ਸਾਹਿਬ ਨੇ ਇਸ ਮਾਤ ਲੋਕ ਦੇ ਵਿੱਚ ਪ੍ਰਗਟ ਹੋ ਕਰਕੇ ਸਮੁੱਚੀ ਲੁਕਾਈ ਦੇ ਭਲੇ ਅਰਥੇ ਸਤਿਗੁਰੂ ਵਿਚਰੇ ਨੇ। ਨਾ ਕੋਈ ਅਵਤਾਰੀ ਪੁਰਖ ਇੰਨਾ ਵਿਚਰਿਆ, ਨਾ ਕੋਈ ਪੀਰ ਗਿਆ ਇੰਨੀ ਦੂਰ, ਨਾ ਕੋਈ ਔਲੀਆ, ਨਾ ਪੈਗੰਬਰ, ਨਾ ਕੋਈ ਸਾਧੂ, ਨਾ ਕੋਈ ਸੰਤ ਵਿਚਰਿਆ, ਜਿੰਨਾ ਪੈਂਡਾ ਗੁਰੂ ਨਾਨਕ ਸਾਹਿਬ ਨੇ ਤੈਅ ਕੀਤਾ ਹੈ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। 9 ਖੰਡ ਨੇ ਧਰਤੀ ਦੇ, ਅੱਜ ਪੜ੍ਹੋ ਕਿਤੇ ਸਾਧ ਸੰਗਤ ਇਤਿਹਾਸ, ਤੇ 9 ਖੰਡਾਂ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਗਏ ਨੇ। ਤੇ ਬਾਕੀ ਜਿਹੜੇ ਜਿਤਨੇ ਵੀ ਲੋਕ ਨੇ, 14 ਤਬਕ ਮੰਨੇ, 14 ਲੋਕਾਂ ਵਿੱਚ ਗੁਰੂ ਨਾਨਕ ਦੇ ਚਰਨ ਪਏ ਨੇ। ਕਰੋੜਾਂ ਜਿਹੜੇ ਲੱਖਾਂ ਪਤਾਲ ਤੇ ਆਕਾਸ਼ ਪੀਰ ਦੇ ਬੱਚੇ ਨੂੰ ਵਿਖਾਏ, ਪਤਾਲਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਵਿਚਰੇ ਨੇ। ਧਰਤੀ ਦਾ ਕੋਈ ਕੋਨਾ ਇਸ ਤਰ੍ਹਾਂ ਦਾ ਨਹੀਂ ਜਿੱਥੇ ਗੁਰੂ ਨਾਨਕ ਦੇ ਚਰਨ ਨਹੀਂ ਪਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਲੁਕਾਈ ਦੇ ਵਾਸਤੇ, ਭਲਾ ਕਰਨ ਵਾਸਤੇ ਚੱਕਰ ਲਾਇਆ, ਕਿਉਂਕਿ ਸਾਰੀ ਲੁਕਾਈ ਹੀ ਪਰਮੇਸ਼ਰ ਗੁਰੂ ਨਾਨਕ ਦੀ ਆਪਣੀ ਹੈ। ਬੱਚੇ ਕਿਤੇ 5-10 ਹੋਣ, ਰਿਸ਼ਤੇਦਾਰ ਸੰਬੰਧੀ ਛੋਟੇ ਹੋਣ, ਤੇ ਜਿਸ ਦੇ ਸਿਰ ਤੇ ਵੱਡੇ ਦੀ ਜ਼ਿੰਮੇਵਾਰੀ ਹੁੰਦੀ, ਉਹ ਜਿੱਥੇ ਜਿੱਥੇ ਬੱਚੇ ਬੈਠੇ ਵੱਖੋ ਵੱਖਰੇ ਸ਼ਹਿਰਾਂ ਵਿੱਚ ਵੀ ਵਿਚਰ ਕੇ ਜਾਵੇਗਾ, ਸੰਬੰਧੀਆਂ ਦਾ ਵੀ ਖਿਆਲ ਰੱਖੇਗਾ। ਇਹ ਤੇ ਸਾਰਾ ਪਰਿਵਾਰ ਹੀ ਅਸੀਂ ਗੁਰੂ ਨਾਨਕ ਸਾਹਿਬ ਦੇ ਬੱਚੇ ਹਾਂ। ਜਿੱਥੇ ਜਿੱਥੇ ਮਨੁੱਖ ਬੈਠੇ ਸੀ, ਉੱਥੇ ਉੱਥੇ ਗਏ। ਸਮੇਰ ਪਰਬਤ ਤੇ ਨਾ ਕੋਈ ਗਿਆ ਤੇ ਨਾ ਕੋਈ ਜਾ ਸਕਦਾ, ਗੁਰੂ ਨਾਨਕ ਸਾਹਿਬ ਸਣ ਦੇ ਹੀ ਗਏ ਨੇ। ਮਰਦਾਨੇ ਨੂੰ, ਭਾਈ ਬਾਲੇ ਨੂੰ ਨਾਲ ਜੈਕਟਾਂ ਪਵਾ ਕਰਕੇ ਚਮੜੇ ਦੀਆਂ, ਕਿਉਂਕਿ ਠੰਡ ਬੜੀ ਪੈਂਦੀ ਸੀ, ਚੰਦਰਮਾ ਸੂਰਜ ਤੇ ਹੇਠਾਂ ਪੈਰਾਂ ਵਿੱਚ ਹੀ ਦਿਸਦੇ ਸਨ। ਸਮੇਰ ਪਰਬਤ ਦੇ ਉੱਪਰ ਗੁਰੂ ਨਾਨਕ ਸਾਹਿਬ ਗਏ ਨੇ ਸਿੱਧਾਂ ਨੂੰ ਜਿੱਤਣ ਵਾਸਤੇ, ਉਹਨਾਂ ਦਾ ਹੰਕਾਰ ਲੈਣ ਵਾਸਤੇ। ਰਾਜਿਆਂ ਦੇ ਦਰਬਾਰਾਂ ਵਿੱਚ ਗੁਰੂ ਨਾਨਕ ਸਾਹਿਬ ਗਏ, ਉਹਨਾਂ ਦਾ ਹੰਕਾਰ ਖਿੱਚਣ ਵਾਸਤੇ। ਬਲੀ ਕੰਧਾਰੀ ਦੇ ਪਹਾੜ ਦੇ ਹੇਠਾਂ ਬੈਠੇ ਨੇ, ਉਹਦਾ ਹੰਕਾਰ ਉੱਪਰੋਂ ਬੈਠੇ ਦਾ ਖਿੱਚ ਲਿਆ। ਗੁਰੂ ਨਾਨਕ ਸਾਹਿਬ ਦੇ ਜਿਹੜੇ ਚੋਜ ਨੇ ਸਾਧ ਸੰਗਤ, ਇੰਨੇ ਕੋ ਤਾਰੇ ਗੁਰੂ ਨਾਨਕ ਸਾਹਿਬ ਜੀ ਨੇ ਕਿ ਤਾਰੇ ਗਿਨੇ ਜਾਤ, ਤੇਰੇ ਤਾਰੇ ਨਾ ਗਨਾਤ ਹੈ। ਅਸਮਾਨ ਦੇ ਤਾਰਿਆਂ ਦੀ ਗਿਣਤੀ ਕੋਈ ਕਰ ਸਕਦਾ ਵਿਗਿਆਨੀ, ਤੇ ਗੁਰੂ ਨਾਨਕ ਜੀ ਨੇ ਜਿੰਨੇ ਜੀਵ ਤਾਰੇ ਮੁਕਤ ਕੀਤੇ, ਉਹਨਾਂ ਦੀ ਗਿਣਤੀ ਨਹੀਂ ਕਿਸੇ ਤੋਂ ਹੋ ਸਕਦੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਸਾਰੀ ਸੰਗਤ ਦੇ ਸਿਰ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਆਪਸ ਵਿੱਚ ਇਤਫਾਕ, ਪ੍ਰੇਮ ਤੇ ਪਿਆਰ ਸਤਿਗੁਰੂ ਬਣਾਈ ਰੱਖਣ। ਸਾਡੀ ਸ਼ਰਧਾ ਸਤਿਗੁਰੂ ਬਰਕਰਾਰ ਰੱਖਣ। ਚਰਨਾਂ ਕਮਲਾਂ ਦੇ ਨਾਲ ਸਾਰਿਆਂ ਨੂੰ ਜੋੜ ਕੇ ਰੱਖਣ, ਤਾਂ ਕਿ ਸਾਡਾ ਮਨੁੱਖਾ ਜਨਮ ਧਾਰਿਆ ਹੋਇਆ ਇਹ ਸਫਲਾ ਹੋ ਸਕੇ। ਵਿਚਾਰ ਕਰਦਿਆਂ ਅਗਿਆਤ ਵਸ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ। ਸਮਾਂ 11 ਵਜੇ ਦਾ ਪ੍ਰਬੰਧਕ ਵੀਰਾਂ ਨੇ ਰੱਖਿਆ ਹੋਇਆ ਸੀ ਸਮਾਪਤੀ ਦਾ। 15 ਮਿੰਟ ਪਿਆਰ ਵਿੱਚ ਉੱਪਰ ਚਲੇ ਗਏ ਨੇ। 10 ਖੇਮਾਂ ਦਾ ਜਾਚਕ ਹੈ। ਸੋ ਸਾਧ ਸੰਗਤ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਹੈ ਭਾਈ।
ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ,